ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ, ਤੁਸੀਂ ਜੁੜ ਚੁੱਕੇ ਹੋ ਜਸ ਪੰਜਾਬੀ ਦੇ ਪ੍ਰੋਗਰਾਮ ਸਾਹਿਤਕ ਤੰਦਾਂ ਦੇ ਨਾਲ। ਮਨ 'ਚ ਇਹ ਸਹਿਜ ਸੁਭਾਅ ਖਿਆਲ ਆ ਰਿਹਾ ਹੋਵੇਗਾ ਕਿ ਅਕਸਰ ਸਾਹਿਤਕ ਤੰਦਾਂ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਚੰਡੀਗੜ੍ਹ ਸਟੂਡੀਓ ਦੇ ਵਿੱਚ ਬੈਠ ਕੇ ਸਾਡੇ ਪੰਜਾਬੀ ਦੇ ਜਿਹੜੇ ਜ਼ਹੀਨ ਲੋਕ ਨੇ ਪੰਜਾਬੀ ਸਾਹਿਤ ਦੇ, ਉਹਨਾਂ ਨਾਲ ਮੈਂ ਤੁਹਾਨੂੰ ਮੁਖਾਤਿਬ ਕਰਵਾ ਰਿਹਾ ਹੁੰਦਾ। ਅੱਜ ਵੀ ਤੇ ਇਸ ਤੋਂ ਪਹਿਲਾਂ ਵੀ ਇੱਕ ਪ੍ਰੋਗਰਾਮ ਤੁਸੀਂ ਦੇਖਿਆ ਹੋਵੇਗਾ, ਅਸੀਂ ਖੇਤਾਂ ਦੇ ਵਿੱਚ ਬੈਠੇ ਹਾਂ। ਪਹਿਲਾਂ ਖੇਤ ਦੇ ਵਿੱਚ ਬੈਠੇ ਸੀਗੇ, ਖੇਤ ਦੇ ਪਿੱਛੇ ਮੋਟਰ ਦਾ ਕੋਠਾ ਨਜ਼ਰ ਆਉਂਦਾ ਸੀਗਾ। ਹੁਣ ਸਿੱਧਾ ਝਵੱਚੇ ਦੇ ਉੱਤੇ ਬੈਠੇ ਹਾਂ। ਇਹ ਪਾਣੀ ਹੈ, ਪਾਣੀ ਦਾ ਸਰੋਤ ਹੈ, ਜਲ ਦਾ ਸਰੋਤ ਹੈ, ਜਿਹਨੂੰ ਅਸੀਂ ਜਲ ਦੇਵਤਾ ਵੀ ਕਹਿੰਦੇ ਹਾਂ। ਔਰ ਜਦੋਂ ਅਸੀਂ ਖੇਤਾਂ 'ਚ ਬੋਰ ਕਰਵਾਉਂਦੇ ਹਾਂ ਤਾਂ ਉਦੋਂ ਅਸੀਂ ਇਸ ਨੂੰ ਖਵਾਜਾ ਕਹਿ ਕੇ ਇਸ ਨੂੰ ਮੱਥਾ ਵੀ ਟੇਕਦੇ ਹਾਂ, ਪ੍ਰਣਾਮ ਕਰਦੇ ਹਾਂ। ਇਸ ਸਾਈਡ ਜੇ ਕੈਮਰੇ ਦੀ ਨਜ਼ਰ ਨਾਲ ਤੁਹਾਨੂੰ ਨਜ਼ਰ ਆਉਂਦਾ ਹੋਏਗਾ, ਉਹ ਕਹਾਵਤ ਸੱਚ ਹੋਈ ਕਿ ਪਿੱਪਲ ਦੇ ਪੱਤਿਆ ਵੇ ਕਾਹਦੀ ਖੜਖੜ ਲਾਈ ਹੈ, ਪੱਤ ਝੜ ਆ ਗਈ ਹੈ, ਰੁੱਤ ਨਵਿਆਂ ਦੀ ਆਈ ਹੈ। ਪੱਤ ਝੜ ਗਏ ਨੇ ਪੁਰਾਣੇ, ਰੁੱਤ ਨਵਿਆਂ ਦੀ ਆਈ ਹੈ। ਬਾਪੂ ਦੇਵ ਤਰੀਕੇ ਵਾਲੇ ਨੇ ਲਿਖਿਆ ਸੀ ਤੇ ਬੁਲੰਦ ਆਵਾਜ਼ ਤੇ ਕਮਾਲ ਦੀ ਸ਼ਖਸੀਅਤ ਕੁਲਦੀਪ ਮਾਣਕ ਸਾਹਿਬ ਨੇ ਗਾਇਆ ਸੀ। ਧੀਆਂ ਦਾ ਉਹ ਗੀਤ, ਬੂਰ ਪਿਆ ਕਣਕਾਂ ਨੂੰ ਮਾਏ ਵਿੱਚ ਬਾਗੀ ਅੰਬੀਆਂ ਪੱਕੀਆਂ, ਅੱਗ ਦੇ ਭਾਂਬੜ ਵਰਗੀਆਂ ਧੀਆਂ ਤੂੰ ਸਾਂਭ ਬੁੱਕਲ ਦੇ ਵਿੱਚ ਰੱਖੀਆਂ। ਉਸ ਦਾ ਇੱਕ ਬੰਦ ਸੀ ਕਿ ਮੈਂ ਚਾਦਰ ਕੱਢਦੀ ਨਹੀਂ ਉੱਤੇ ਤੋਪੇ ਪਾਵਾਂ, ਜਾਮਣ ਦੀ ਛਾਂ ਹੇਠਾਂ ਨਹੀਂ ਮੈਂ ਪੀੜਾ ਡਾਵਾਂ। ਅਸੀਂ ਜਾਮਣ ਦੀ ਛਾਂ ਹੇਠਾਂ ਬੈਠੇ ਹਾਂ। ਅਸੀਂ ਮੈਂ ਇਸ ਕਰਕੇ ਕਿਹਾ ਕਿ ਹਾਲ ਫਿਲਹਾਲ ਮੈਂ ਤੁਹਾਨੂੰ ਇਕੱਲਾ ਨਜ਼ਰ ਆ ਰਿਹਾ ਹੋਵਾਂਗਾ, ਪਰ ਹੁਣ ਤੋਂ ਕੁਝ ਸੈਕਿੰਡ ਬਾਅਦ ਜਦੋਂ ਮੈਂ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਂਗਾ, ਇੱਕ ਪਿਆਰਾ ਜਿਹਾ ਨੌਜਵਾਨ, ਪ੍ਰਤਿਭਾਵਾਨ ਨੌਜਵਾਨ, ਪੰਜਾਬੀ ਸਾਹਿਤਕਾਰੀ ਦੇ ਵਿੱਚ ਜਿਹੜੀ ਵੰਨਗੀ, ਜਿਹੜੀ ਸਿਨਫ ਦੇ ਨਾਲ ਉਹ ਵਿਚਰ ਰਿਹਾ, ਉਹ ਵੰਨਗੀ, ਉਹ ਸਿਨਫ ਬਹੁਤ ਵੱਡੇ ਪਰਦੇ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਹੈ, ਕਿਰਦਾਰਾਂ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਹੈ। ਕਿਰਦਾਰਾਂ ਦੇ ਮੂੰਹ ਦੇ ਵਿੱਚੋਂ ਉਚਰੇ ਜਾਣ ਵਾਲੇ ਡਾਇਲੌਗ, ਸੰਵਾਦ ਜਿਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਆ, ਉਸ ਦੇ ਰਾਹੀਂ ਸਾਡੇ ਸਾਹਮਣੇ ਆਉਂਦੀ ਹੈ। ਫਿਲਮਕਾਰੀ ਦੀ ਕਹਾਣੀ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਹੈ। ਡਾਇਲੌਗ, ਸੰਵਾਦ ਰਚਨਾ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਹੈ। ਜਾਂ ਫਿਰ ਉਸ ਵਿਅਕਤੀ ਦੀ ਕਲਮ ਜਦੋਂ ਲਿਖਦੀ ਹੈ ਤਾਂ ਕੁਝ ਇੱਕ ਨਜ਼ਮਾਂ, ਕੁਝ ਇੱਕ ਕਵਿਤਾਵਾਂ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੀ ਹੈ, ਜਿਸ ਦੇ ਵਿੱਚ ਸਮਾਜ ਪ੍ਰਤੀ ਚਿੰਤਾ ਹੁੰਦੀ ਹੈ, ਰਿਸ਼ਤਿਆਂ ਪ੍ਰਤੀ ਚਿੰਤਾ ਹੁੰਦੀ ਹੈ, ਧੀਆਂ ਪ੍ਰਤੀ, ਇਸਤਰੀਆਂ ਔਰ ਔਰਤਾਂ ਦੀ ਇੱਜ਼ਤ ਪ੍ਰਤੀ ਚਿੰਤਾ ਹੁੰਦੀ ਹੈ। ਬਹੁਤਾ ਸਮਾਂ ਨਾ ਲਵਾਂ, ਉਹ ਤੁਹਾਨੂੰ ਮਿਲਾਉਣਾ ਪੰਜਾਬੀ ਦਾ ਇੱਕ ਉੱਭਰਦਾ ਨਾਮਵਰ ਲੇਖਕ, ਸੰਵਾਦ ਲੇਖਕ, ਪੰਜਾਬੀ ਫਿਲਮਾਂ ਦਾ ਸੰਵਾਦ ਲੇਖਕ ਅਤੇ ਨਿਰਦੇਸ਼ਕ ਦੇ ਰੂਪ ਦੇ ਵਿੱਚ, ਪੰਜਾਬੀ ਫਿਲਮਾਂ ਦੇ ਨਿਰਦੇਸ਼ਕ ਦੇ ਰੂਪ ਦੇ ਵਿੱਚ ਵਿਚਰ ਰਿਹਾ ਉਹ ਨੌਜਵਾਨ ਸੁਖੀ ਢਿੱਲੋਂ। ਸੁਖੀ ਢਿੱਲੋਂ, ਸਵਾਗਤ ਹੈ ਜੀ। ਹਾਂ ਬਾਈ, ਸਤਿ ਸ਼੍ਰੀ ਅਕਾਲ ਜੀ। ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੇ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਬਾਬੇ, ਤੁਸੀਂ ਹੈ ਤਾਂ ਪੰਜਾਬੀ ਹੋ, ਪਰ ਤੁਹਾਡਾ ਜਿਹੜਾ ਪਿਛੋਕੜ ਹੈ ਉਹ ਮੈਂ ਨਿੱਜੀ ਤੌਰ 'ਤੇ ਜਿਹੜਾ ਜਾਣਦਾ ਹਰਿਆਣੇ ਨਾਲ ਸੰਬੰਧਿਤ ਹੈ। ਮੈਂ ਹਰ ਵਿਅਕਤੀ ਨੂੰ ਇਹ ਸਵਾਲ ਪੁੱਛਦਾ ਹੁੰਦਾ, ਕਿਉਂਕਿ ਇਹ ਸਵਾਲ ਰਸਮੀ ਵੀ ਔਰ ਜ਼ਰੂਰੀ ਵੀ ਹੈ, ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗੇ ਕਿ ਕੌਣ ਕਿੱਥੋਂ ਆਇਆ, ਕਿਵੇਂ ਆਇਆ। ਮੈਂ ਚਾਹੁੰਦਾ ਕਿ ਆਪਣੇ ਪਰਿਵਾਰ ਦੀ, ਆਪਣੇ ਪਰਿਵਾਰਕ ਪਿਛੋਕੜ ਦੀ ਸਾਂਝ ਪਾਓ, ਕਿਉਂਕਿ ਮੈਨੂੰ ਲੱਗਦਾ ਕਿ ਜਿਹੜਾ ਵਿਅਕਤੀ ਜਿਹੜਾ ਕੰਮ ਕਰ ਰਿਹਾ ਹੁੰਦਾ ਹੈ, ਉਸ ਦੇ ਵਿੱਚ ਉਹਦੀ ਬਲੱਡ ਲਾਈਨ, ਯਾਨੀ ਕਿ ਉਹਦੇ ਪਰਿਵਾਰਕ ਪਿਛੋਕੜ ਦਾ ਬਹੁਤ ਜ਼ਿਕਰ ਹੁੰਦਾ ਜਾਂ ਉਸ ਦਾ ਬਹੁਤ ਹੱਥ ਹੁੰਦਾ। ਤੁਸੀਂ ਕਿੱਥੋਂ ਜੁੜਦੇ ਹੋ ਔਰ ਪਰਿਵਾਰ ਕਿਵੇਂ ਹੈ, ਕੀ ਹੈ? ਅਸੀਂ ਬੇਸਿਕਲੀ ਜੀ ਬਾਜੇਖਾਨੇ ਤੋਂ ਬਿਲੋਂਗ ਕਰਦੇ ਹਾਂ ਜੀ, ਪੰਜਾਬ ਤੋਂ, ਬਠਿੰਡੇ। ਹਰਜੀਤ ਬਰਾੜ ਬਾਜਾਖਾਨਾ। ਹਰਜੀਤ ਬਰਾੜ ਬਾਜਾਖਾਨਾ ਜੀ, ਕੀ ਨਾਮ ਹੈ। ਤੇ 1960s 'ਚ ਮਤਲਬ ਸਾਡੀ ਫੈਮਿਲੀ ਜਿਹੜੀ ਉਹ ਸ਼ਿਫਟ ਹੋ ਗਈ ਸੀਗੀ ਸਿਰਸਾ ਬਾਜੇਖਾਨੇ ਤੋਂ। ਉੱਥੇ ਜ਼ਮੀਨ ਘੱਟ ਸੀ, ਇੱਥੇ ਵੱਧ ਮਿਲ ਗਈ। ਉਦੋਂ ਕਾਫੀ ਸਾਰੀਆਂ ਫੈਮਲੀਆਂ ਇੱਧਰ ਸ਼ਿਫਟ ਹੋਈਆਂ ਸੀਗੀਆਂ ਉਸ ਟਾਈਮ 'ਚ, ਨੇੜੇ ਤੇੜੇ ਪਿੰਡਾਂ ਦੇ ਲੋਕ। ਹੁਣ ਵੀ ਇੱਥੇ ਉਹ ਸਾਡੇ ਜਾਣਕਾਰ ਲੋਕ ਹੁਣ ਵੀ ਇਸ ਏਰੀਏ 'ਚ ਉਹ ਰਹਿੰਦੇ ਹੀ ਨੇ। ਤੇ ਉਦੋਂ ਪਤਾ ਨਹੀਂ ਸੀਗਾ ਕਿ ਉਹ ਹਰਿਆਣਾ ਬਣ ਜੂਗਾ। ਸੋ 5-6 ਸਾਲਾਂ ਬਾਅਦ ਵੰਡਿਆ ਗਿਆ 1967 ਦੇ ਵਿੱਚ। ਕੁਛ ਹਿਮਾਚਲ ਬਣ ਗਿਆ, ਕੁਛ ਹਰਿਆਣਾ ਬਣ ਗਿਆ। ਫਿਰ ਬਜ਼ੁਰਗਾਂ ਨੂੰ ਕੋਈ ਬੜਾ ਮਹਿਸੂਸ ਨਹੀਂ ਹੋਇਆ ਵੀ ਨਾਲ ਲੱਗਦੀਆਂ ਸਟੇਟਾਂ ਕਿੱਡੀ ਗੱਲ, ਉਹ ਸ਼ਿਫਟ ਹੋ ਗਏ। ਸੋ ਮਤਲਬ ਅਸੀਂ ਲੈ ਲਓ, ਕਹਿ ਲਓ ਕਿ ਤੁਸੀਂ ਪਲਾਇਨ ਕੀਤਾ ਸਿਰ ਵੀ, ਸ਼ਾਇਦ ਪ੍ਰੋਪਰਟੀ ਵਧ ਰਹੀ ਸੀਗੀ ਇੱਥੋਂ, ਸ਼ਾਇਦ 3 ਗੁਣਾ ਜ਼ਮੀਨ ਦੇ ਕਰੀਬ ਬਣ ਗਈ ਸੀ ਉੱਧਰ ਜਾ ਕੇ ਬਾਜੇਖਾਨੇ ਤੋਂ ਜੀ। ਤੇ ਪਰਿਵਾਰ ਬਾਬਾ, ਮਤਲਬ ਪਿਤਾ ਜੀ ਕੌਣ, ਮਾਤਾ ਜੀ ਕੌਣ, ਕੀ ਕੀਤਾ? ਬੇਸਿਕਲੀ ਤਾਂ ਜੀ ਮਤਲਬ ਕਹਿ ਲਈਏ ਜ਼ਿਮੀਂਦਾਰਾ ਹੀ ਪਰਿਵਾਰ ਸੀਗਾ ਜੀ ਆਪਣਾ। ਤੇ ਮਤਲਬ ਸ਼ੁਰੂ ਤੋਂ ਡੈਡੀ ਹੋਣੇ ਖੇਤੀਬਾੜੀ ਕਰਦੇ ਰਹੇ, ਬਟ ਸਾਡੇ ਪਰਿਵਾਰ 'ਚ ਮਤਲਬ ਸਾਨੂੰ ਜਿਹੜੀ ਅਸੀਂ ਪੀੜ੍ਹੀ ਸੀਗੇ, ਛੋਟਾ ਬ੍ਰਦਰ ਸੀਗਾ, ਚਾਚਾ ਜੀ ਦਾ ਬੇਟਾ, ਕਿਸੇ ਨੂੰ ਵੀ ਸਾਨੂੰ ਘਰਦਿਆਂ ਨੇ ਕਦੇ ਨਹੀਂ ਕਿਹਾ ਵੀ ਖੇਤ ਵੱਲ ਨੂੰ ਜਾਓ। ਉਹਨਾਂ ਨੇ ਇਹੀ ਕਿਹਾ ਸੀ ਪੜ੍ਹਨਾ। ਗੁੱਡ। ਬੇਸ਼ੱਕ ਦੀ ਉਹਨਾਂ ਦਾ ਇਹ ਫੋਕਸ ਨਹੀਂ ਹੁੰਦਾ ਸੀਗਾ ਕਿ ਪੜ੍ਹ ਰਹੇ ਨੇ ਕਿ ਨਹੀਂ ਪੜ੍ਹ ਰਹੇ, ਪਰ ਉਹਨਾਂ ਨੇ ਉਹਨਾਂ ਦੀ ਕਿਤਾਬ ਲੈ ਕੇ ਬੈਠੇ, ਇਟ ਮੀਨਸ ਕਿ ਪੜ੍ਹ ਹੀ ਰਹੇ ਹੋਣੇ। ਉਹ ਗੱਲ ਅੱਡ ਸੀ, ਸਾਡੀ ਰੁਚੀ ਘੱਟ ਸੀ। ਸਾਡੇ ਮਾਪਿਆਂ ਦੀ ਕਿੰਨੀ ਮਾਸੂਮੀਅਤ ਸੀ ਯਾਰ। ਹਾਂਜੀ ਬਿਲਕੁਲ। ਹਾਂ, ਅੱਜ ਅਸੀਂ ਜਦੋਂ ਖੁਦ ਪੇਰੈਂਟਸ ਬਣੇ ਤਾਂ ਮਹਿਸੂਸ ਹੁੰਦਾ
ਕਿ ਮਤਲਬ ਸਾਡੇ ਮਾਪੇ ਕਿੰਨੇ ਭੋਲੇ ਸੀ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ, ਉਹਨਾਂ ਨੂੰ ਲੱਗਦਾ ਸ਼ਾਇਦ ਇਹ ਪੜ੍ਹ ਰਹੇ ਕਿਤਾਬ 'ਚ। ਪਿਤਾ ਜੀ ਤੇ ਮਾਤਾ ਜੀ ਦਾ ਨਾਮ ਜ਼ਰੂਰ ਆਵੇ। ਹਾਂਜੀ, ਪਿਤਾ ਜੀ ਨਾਮ ਸਰਦਾਰ ਗੁਰਤੇਜ ਸਿੰਘ ਢਿੱਲੋਂ ਤੇ ਮਾਤਾ ਦਾ ਨਾਮ ਸਰਬਜੀਤ ਕੌਰ। ਤੇ ਸਾਡੀ ਜਿਹੜੇ ਸਤਿਕਾਰਤ ਭਾਬੀ ਜੀ ਨੇ ਤੇ ਸਾਡੀ ਜਿਹੜੀਆਂ ਭਤੀਜੀਆਂ ਨੇ ਉਹਨਾਂ ਦਾ ਵੀ ਜ਼ਿਕਰ। ਬਾਈ ਇਹ ਵਿਆਹ ਵਾਲੀ ਗੱਲ ਕਿਉਂ ਲਗਾਈ ਜਾਂਦਾ ਯਾਰ? ਨਹੀਂ ਜੀ, ਮੈਂ ਨਹੀਂ ਲਗਾਉਂਦਾ ਹੁੰਦਾ। ਫਿਲਮੀ ਬੰਦੇ ਲਗਾਉ ਲੈਂਦੇ ਆ ਬਾਈ, ਇਹ ਫਿਲਮਾਂ ਵਾਲੇ। ਨਹੀਂ ਜੀ, ਵਾਈਫ ਮੇਰੀ ਜਸਪ੍ਰੀਤ ਕੌਰ ਢਿੱਲੋਂ, ਬੁਲਾਡੇ ਮੇਰੇ ਸਹੁਰੇ ਆ ਜੀ, ਤੇ ਮੇਰੀਆਂ 2 ਬੇਟੀਆਂ। ਵੱਡੀ ਬੇਟੀ ਦਾ ਨਾਮ ਹੈ ਸੈਮਰਿਨ ਕੌਰ ਤੇ ਛੋਟੀ ਦਾ ਐਵਲਿਨ ਕੌਰ। ਬੜੇ ਪਿਆਰੇ ਨਾਮ ਨੇ ਯਾਰ। ਉਹ ਡਿਫਰੈਂਟ ਨੇ ਜੀ। ਮੈਂ ਮਤਲਬ ਸਕੂਲ ਟਾਈਮ ਤੇ ਫੀਲ ਕੀਤਾ ਸੀਗਾ ਜੀ ਕਿ ਮੇਰਾ ਰੀਅਲ ਨੇਮ ਸੁਖਵਿੰਦਰ ਆ, ਤਾਂ ਜਦੋਂ ਆਵਾਜ਼ ਮਾਰੀ ਜਾਂਦੀ ਸੀ ਅਸੈਂਬਲੀ ਹੋ ਰਹੀ ਹੈ ਜਾਂ ਕਿਸੇ ਵੀ ਟਾਈਮ ਤੇ ਵੀ ਸੁਖਵਿੰਦਰ, ਤਾਂ 5-7 ਹੱਥ ਖੜੇ ਹੁੰਦੇ ਸੀ। ਫਿਰ ਮੈਡਮ ਕਹਿੰਦੀ ਸੀ ਨਹੀਂ ਤੂੰ ਬਹਿ ਜਾ, ਤੂੰ ਬਹਿ ਜਾ, ਤੂੰ ਉੱਠ ਕਰ, ਹੈਨਾ। ਮੈਨੂੰ ਫੀਲ ਹੁੰਦਾ ਸੀ ਯਾਰ ਮਤਲਬ ਕਿਉਂ ਇੰਨੇ ਸੁਖਵਿੰਦਰ ਤੁਰੇ ਫਿਰਦੇ ਦੁਨੀਆ 'ਚ। ਫਿਰ ਮੈਂ ਉਸ ਦਿਨ ਸੋਚਿਆ ਸੀਗਾ ਜਦੋਂ ਮੇਰੇ ਬੱਚੇ ਹੋਣਗੇ ਤਾਂ ਉਹਨਾਂ ਦਾ ਨਾਮ ਡਿਫਰੈਂਟ ਹੋਊਗਾ। ਘੱਟੋ ਘੱਟ ਉਹ ਆਪਦੇ ਸਕੂਲ 'ਚ ਤਾਂ ਜ਼ਰੂਰ ਇੱਕ ਹੀ ਹੋਣਗੇ, ਤੇ ਜੇ ਸਕੂਲ 'ਚ ਨਾ ਇੱਕ ਹੋ ਗਏ 2 ਹੋਏ, ਕਲਾਸ ਤਾਂ ਇੱਕ ਜ਼ਰੂਰ ਹੋਊਗਾ। ਵੀ ਐਵਲਿਨ ਉਹਦੀ ਕਲਾਸ 'ਚ ਦੂਜੀ ਨਹੀਂ ਹੋਊਗੀ। ਬੜਾ ਦੂਰ ਐਵਲਿਨ ਦੇ ਪਿੱਛੇ ਕੌਰ ਤਾਂ ਬਹੁਤ ਹੀ ਰੇਅਰ ਲੱਗੂਗਾ, ਪਰ ਆਪਾਂ ਪਿੱਛੇ ਕੌਰ ਰੱਖਿਆ ਤੇ ਅੱਗੇ ਉਹ ਚੇਂਜ ਕੀਤਾ। ਮੈਨੂੰ ਬਹੁਤ ਅੱਛਾ ਥਾਟ ਲੱਗਿਆ। ਬਹੁਤ ਦੇਖੋ ਕਿੰਨੀ ਦੂਰ ਦੀ ਸੋਚਦੇ ਆ ਕਈ ਲੋਕ। ਇਹ ਉਹੀ ਸੋਚ ਸਕਦੇ ਹੁੰਦੇ ਆ ਜਿਨ੍ਹਾਂ ਦੇ ਵੱਖਰੇ ਜਿਹੇ ਦਿਮਾਗ ਹੁੰਦੇ ਆ, ਜਿਹੜੇ ਕੁਝ ਅਲੱਗ ਕਰਨਾ ਚਾਹੁੰਦੇ ਹੁੰਦੇ ਆ, ਜਿਨ੍ਹਾਂ ਦੀ ਪੈੜ ਤੇ ਪਿਰਤ ਜਿਨ੍ਹਾਂ ਨੇ ਵੱਖਰੀ ਪਾਉਣੀ ਹੁੰਦੀ ਹੈ। ਇੱਕ ਦੂਸਰੀ ਗੱਲ ਹੋਰ ਦੱਸ ਦੇਣਾ, ਸੁਖਵਿੰਦਰ ਬਹੁਤ ਕਾਮਯਾਬ ਨੇ। ਜੇ ਸੁੱਖੀ ਢਿੱਲੋਂ ਨੇ ਇਹ ਗੱਲ ਕਿਹਾ ਕਿ ਇੰਨੇ ਸੁਖਵਿੰਦਰ ਕਿਉਂ, ਸੁਖਵਿੰਦਰ ਬਹੁਤ ਕਾਮਯਾਬ ਨੇ। ਜਦੋਂ ਸੁਖਵਿੰਦਰ ਸਿੰਘ ਦੀ ਗੱਲ ਕਰੋਗੇ ਤੁਹਾਨੂੰ ਮੌਸੀਕੀ ਜਾਂ ਗਾਇਕੀ ਦੀ ਉਹ ਸਿਰੇ ਦੀ ਤੰਦ, ਰਾਈਟਰ ਦੀ ਗੱਲ ਕਰੋਗੇ ਤਾਂ ਸੁੱਖੀ ਢਿੱਲੋਂ ਬਹੁਤ ਆਉਣ ਵਾਲੇ ਸਮੇਂ ਦਾ ਬਹੁਤ ਕਮਾਲ ਦਾ ਜ਼ਹੀਨ ਲੇਖਕ ਬਣਨ ਵਾਲਾ। ਸੁਖਵਿੰਦਰ ਸੁੱਖੀ ਰੰਗਕਰਮੀ ਨਾਟਕਾਂ ਵਾਲੇ ਦੀ ਗੱਲ ਕਰੋਗੇ, ਸੁੱਖੀ ਪਾਤੜਾਂ ਦਾ ਬਹੁਤ ਕਾਮਯਾਬ ਆ। ਉਹ ਵੀ ਸੁਖਵਿੰਦਰ ਸੁੱਖੀ ਹੈ, ਉਹ ਵੀ ਕਾਮਯਾਬ ਹੈ। ਇੱਕ ਹੋਰ ਸੁਖਵਿੰਦਰ ਨੇ, ਉਹ ਵੀ ਸਾਡੇ ਥੀਏਟਰ ਦੇ ਆਰਟਿਸਟ ਨੇ। ਅੱਜ ਕੱਲ੍ਹ ਚੰਡੀਗੜ੍ਹ ਦੇ ਨੇੜੇ ਰਹਿੰਦੇ ਨੇ, ਵੈਸੇ ਖਰੜ ਤੋਂ ਨੇ। ਸੁਖਵਿੰਦਰ ਕੌਰ ਉਹ ਵੀ ਬਹੁਤ ਜ਼ਹੀਨ ਨੇ। ਤਾਂ ਸੁੱਖੀ ਸਾਰੇ ਹੀ ਚੰਗੇ ਹੁੰਦੇ, ਔਰ ਵਾਹਿਗੁਰੂ ਸਾਰਿਆਂ ਨੂੰ ਇਹ ਚੰਗਾ ਬਣਾਵੇ। ਸੁੱਖੀ ਬਾਈ ਬਚਪਨ ਜਾਂ ਕਿਵੇਂ ਬੀਤੇ, ਔਰ ਫਿਰ ਇਹ ਲਿਖਣ ਲੁਖਣ ਵਾਲਾ ਕੰਮ ਜੱਟਾਂ ਦੇ ਹਿਸਾਬ 'ਚ ਕਿਵੇਂ ਜੇ ਆਉਂਦਾ ਹੈ, ਕਿਵੇਂ ਜੇ ਆ ਗਿਆ? ਮੈਨੂੰ ਨਹੀਂ ਪਤਾ ਵੀ ਮੈਂ ਮਤਲਬ ਮੇਰੇ 'ਚ ਰਾਈਟਿੰਗ ਵਾਲਾ ਕੀ ਸੀਗਾ ਕਿਵੇਂ, ਪਰ ਮੈਨੂੰ ਸ਼ੁਰੂ 'ਚੋਂ ਹੀ ਇੱਕ ਪ੍ਰੋਬਲਮ ਹੁੰਦੀ ਸੀਗੀ ਵੀ ਹਰੇਕ ਡਾਇਲੋਗ ਨਾਲ ਮੈਂ ਛੇੜਖਾਨੀ ਕਰਨੀ ਫਿਲਮਾਂ ਦੇ ਨਾਲ, ਕਰਨੀ ਆਪਣੇ ਅੰਦਰ ਹੀ, ਪਬਲਿਕਲੀ ਜਾ ਕੇ ਕਦੇ ਨਹੀਂ ਕੀਤੀ ਸੀ। ਕਿ ਮਤਲਬ ਇੱਕ ਫਿਲਮ ਸੀ ਉਹ ਮਿਸਟਰ ਇੰਡੀਆ, ਬੋਗੈਂਬੋ ਖੁਸ਼ ਹੁਆ, ਹੈ ਨਾ। ਮੈਨੂੰ ਐਂ ਲੱਗਦਾ ਸੀ ਯਾਰ ਕਿਤੇ ਨਾ ਕਿਤੇ ਕੋਈ 30-35 ਮਿੰਟਾਂ ਬਾਅਦ ਤੇ ਜਾ ਕੇ ਕਹਿ ਸਕਦਾ ਨਹੀਂ ਯਾਰ ਅੱਜ ਬੋਗੈਂਬੋ ਖੁਸ਼ ਨਹੀਂ, ਪਰ ਉਹ ਸਾਰੀ ਫਿਲਮ 'ਚ ਖੁਸ਼ ਹੋਏ ਬੋਲੀ ਜਾਂਦਾ ਸੀ। ਮੈਂ ਕਹਿੰਦਾ ਨਹੀਂ ਯਾਰ ਜਿੱਥੇ ਉਹਨੂੰ ਗੁੱਸਾ ਆਇਆ ਤਾਂ ਕਹੂਗਾ ਨਹੀਂ ਖੁਸ਼ ਹੋਇਆ। ਮਤਲਬ ਐਦਾਂ ਦੀਆਂ ਮੈਂ ਵਹਿਬਤਾ ਕਰਦਾ ਰਿਹਾ ਡਾਇਲੋਗਸ ਨਾਲ, ਬਹੁਤ ਸਾਰੇ ਡਾਇਲੋਗਸ ਨਾਲ ਕੀਤੀਆਂ ਆਪਦੀ ਲਾਈਫ 'ਚ। ਤੇ ਪਤਾ ਨਹੀਂ ਪਿੱਛੇ ਕੀ ਚੱਲ ਰਿਹਾ ਸੀਗਾ, ਪਰ ਪਤਾ ਨਹੀਂ ਸੀਗਾ। ਪਹਿਲਾਂ ਘਰਦਿਆਂ ਨੇ ਪੜ੍ਹਨ ਚੰਡੀਗੜ੍ਹ ਲਾਤਾ, ਮਤਲਬ ਸਾਡੇ ਖਾਨਦਾਨ 'ਚ ਕੋਈ ਚੰਡੀਗੜ੍ਹ ਕਦੇ ਪੜ੍ਹਿਆ ਨਹੀਂ ਸੀਗਾ। ਮਤਲਬ ਥੈਂਕਸ ਟੂ ਡੈਡ ਵੀ ਜਿਨ੍ਹਾਂ ਨੇ ਉੱਥੋਂ 250 ਕਿਲੋਮੀਟਰ ਦੂਰ ਐਡਮਿਸ਼ਨ ਕਰਾਈ। ਉਸ ਟਾਈਮ ਤੇ ਟਾਵੇਂ ਮੁੰਡੇ ਸਾਡੇ ਏਰੀਆ 'ਚ ਚੰਡੀਗੜ੍ਹ ਪੜ੍ਹਨ ਆਉਂਦੇ ਹੋਣੇ ਜੀ। ਤੇ ਚੰਡੀਗੜ੍ਹ ਆਏ, ਮੁੜ ਕੇ ਆਇਆ ਮੈਂ ਕੰਪਿਊਟਰ ਦੀ ਫੀਲਡ 'ਚ ਸੀਗਾ। ਮੈਂ ਰਿਪੇਅਰਿੰਗ ਸਿੱਖਣ ਆਇਆ ਸੀ ਬੇਸਿਕਲੀ ਕੰਪਿਊਟਰ, ਜਿਹਨੂੰ ਹਾਰਡਵੇਅਰ ਨੈਟਵਰਕਿੰਗ ਕਿਹਾ ਜਾਂਦਾ ਹੈ। ਹਾਂ, ਉਦੋਂ ਇਹ ਚੱਲਿਆ ਜਾਂ ਸੀਗਾ ਹਨਾ, ਸਾਡੇ ਵਾਸਤੇ ਨਵੀਂ ਤੇ ਵੱਡੀ ਮਸ਼ੀਨ ਸੀਗੀ ਕਿ ਇਹ ਜਿਵੇਂ ਇੱਕ ਵਾਰੀ ਮੋਬਾਈਲਾਂ ਦਾ ਨਹੀਂ ਚੱਲਿਆ ਸੀ, ਮੋਬਾਈਲ ਰਿਪੇਅਰ ਦਾ ਕੰਮ ਸਿੱਖ ਲਓ ਤੇ ਵਧੀਆ ਪੈਸੇ ਬਣਾਵਾਂਗੇ। ਬਿਲਕੁਲ। ਫਿਰ ਉਲਝਣ ਤਾਣੀ ਜੀ, ਉਦੋਂ ਨਵਾਂ ਕਰੇਜ਼ ਚੱਲਿਆ ਸੀਗਾ, ਬਾਹਰ ਜਾਣ ਵਾਲਾ ਚੱਲ ਰਿਹਾ ਸੀਗਾ, ਐਲਸੂਲਸ ਵਾਲੀਆਂ ਗੱਲਾਂ। ਫਿਰ ਬਾਹਰ ਵਾਲ ਨੂੰ ਰੁਝਾਨ ਹੋ ਗਿਆ ਵੀ ਛੱਡੋ, ਕੰਪਿਊਟਰ ਵੀ ਛੱਡਦਾ, ਵਿੱਚੇ ਬਾਹਰ ਵਾਲਾ ਕੰਮ। ਬਾਹਰ ਗਏ ਵੀ ਅੱਧ ਪਚਾਦੇ ਜੇ ਪਹੁੰਚੇ, ਉੱਥੋਂ ਵਾਪਸ ਮੁੜਿਆ, ਏਜੰਟ ਨੇ ਖਰਾਬ ਕੀਤਾ। ਅੱਛਾ, ਤੁਹਾਡੇ ਨਾਲ ਇਤਰਾਜ਼ਦੀ ਹੋਈ ਜੀ? ਬਿਲਕੁਲ। ਇਸ ਜ਼ਰੂਰ ਸਾਂਝ ਪਾਓ, ਕਿਉਂਕਿ ਜਿਹੜੇ ਅਮਰੀਕਾ ਦੇ ਵਿੱਚ ਸਾਡੇ ਸੱਜਣ ਬੈਠੇ ਆ, ਕੈਨੇਡਾ ਦੇ, ਆਸਟ੍ਰੇਲੀਆ ਦੇ ਵਿੱਚ ਬੈਠੇ ਆ, ਉਹ ਵੀ ਆਪਣੀ ਰੋਜ਼ੀ ਰੋਟੀ ਲਈ ਇੱਥੋਂ ਛੱਡ ਕੇ ਉੱਥੇ ਗਏ। ਕਿਵੇਂ ਬਣਿਆ ਸੀ? ਚਲੋ ਸਾਹਿਤ ਦੀ ਗੱਲ ਤੇ ਤਾਂ ਪਾਵਾਂਗੇ ਯਾਰ ਜੀ। ਮਤਲਬ ਮੈਂ ਜ਼ਿਆਦਾ ਲੰਬਾ ਨਾ ਖਿੱਚ ਕੇ ਤੁਹਾਨੂੰ ਸ਼ਾਰਟ ਦੱਸ ਦਿੰਦਾ ਵੀ ਮੇਰੇ ਨਾਲ ਇੱਕ ਮੇਰਾ ਦੋਸਤ ਰਹਿੰਦਾ ਹੁੰਦਾ ਸੀ ਚੰਡੀਗੜ੍ਹ, ਮੈਂ ਉਹਦੇ ਨਾਲ ਪੜ੍ਹਦਾ ਸੀ। ਤੇ ਜਿਹੜਾ ਸਾਡੇ ਨਾਲ ਤੀਸਰਾ ਦੋਸਤ ਸੀਗਾ, ਉਹਨੂੰ ਜਾ ਕੇ ਗੱਲ ਕੀਤੀ, ਕਹਿੰਦਾ ਇੱਦਾਂ ਕਰਕੇ ਯਾਰ, ਕਹਿੰਦਾ ਇੱਕ ਨਾ ਏਜੰਟ ਹੈ ਤੇ ਉਹਦੇ ਕੋਲ ਕਹਿੰਦਾ ਹੁਣ ਮੌਕੇ ਤੇ ਇੱਕ ਸਿਸਟਮ ਆਇਆ ਪਿਆ ਵੀ ਆਸਟ੍ਰੇਲੀਆ ਦਾ, ਜੇ ਚੱਲਣਾ ਤਾਂ ਬਣਾ ਲਾ ਸਲਾਹ। ਉਹ ਕਹਿੰਦਾ ਭਰਾ ਮੇਰੇ ਤਾਂ ਪਾਸਪੋਰਟ ਹੀ ਨਹੀਂ ਬਣਿਆ। ਮੈਂ ਕੋਲੇ ਬੈਠੇ ਨੇ ਕਹਿੰਦਾ ਮੈਂ ਮੇਰਾ ਬਣਿਆ। ਕਹਿੰਦਾ ਚੱਲ ਫਿਰ ਤੈਨੂੰ ਨਾਲ ਲੈ ਚੱਲਾਂ। ਮੈਂ ਚੱਲ। ਮੈਂ ਘਰੇ ਡੈਡੀ ਨੂੰ ਫੋਨ ਕਰਤਾ, ਡੈਡੀ ਹੋਰੇ ਚੰਡੀਗੜ੍ਹ ਆ ਕੇ ਉਹਦੇ ਡੈਡੀ ਨੇ ਗਾ ਬੰਦੇ ਏਜੰਟ ਨਾਲ ਮਿਲਾਤਾ। ਏਜੰਟ ਨੇ ਐਂ ਕਰਕੇ 3-4 ਮੁੰਡੇ ਇਕੱਠੇ ਕੀਤੇ, ਸਾਨੂੰ ਇੱਥੋਂ ਥਾਈਲੈਂਡ ਲੈ ਗਏ। ਥਾਈਲੈਂਡ ਜਾ ਕੇ ਉਹਨਾਂ ਨੇ ਸਾਡੇ ਵੀਜ਼ੇ ਵੂਜ਼ੇ ਲਵਾਤੇ ਤੇ ਕਹਿੰਦੇ ਵੀ ਤੁਹਾਡਾ ਕੰਮ ਹੋ ਗਿਆ, ਬਸ ਤੁਸੀਂ ਹੁਣ ਪੇਮੈਂਟ ਮੰਗਾਓ। ਅਸੀਂ ਕਿਹਾ ਵੀ ਪੇਮੈਂਟ ਦੇ ਦਿੰਦੇ ਆ, ਕੋਈ ਚੱਕਰ ਨਹੀਂ, ਪਰ ਗਰੰਟੀ ਤਾਂ ਇਸ ਗੱਲ ਦੀ ਸੀਗੀ, ਤੂੰ ਕਿਹਾ ਸੀ ਆਸਟ੍ਰੇਲੀਆ ਪਹੁੰਚ ਕੇ ਪੇਮੈਂਟ ਕਰਨੀ ਹੈ, ਲੱਖ ਰੁਪਏ ਤੈਨੂੰ ਐਡਵਾਂਸ ਗਿਆ ਹੋਇਆ। ਕਹਿੰਦਾ ਨਹੀਂ ਜੀ, ਕਹਿੰਦਾ ਪੇਮੈਂਟ ਦੇਣੀ ਪਊ। ਕਹਿੰਦਾ ਮੇਰੇ ਗਾਂ ਐਮਬੈਸੀ ਤੋਂ ਅੱਗੋਂ ਪ੍ਰੈਸ਼ਰ ਆ ਰਿਹਾ। ਘਰਦਿਆਂ ਨੂੰ ਸੀਗਾ, ਘਰਦੇ ਕਹਿੰਦੇ ਪਾਸਪੋਰਟ ਥੋੜੀ ਦੇਖ ਲਏ, ਵੀਜ਼ੇ ਤੁਸੀਂ ਦੇਖ ਲਏ, ਫਿਰ ਪੇ ਕਰੋ ਤੇ ਰਿਲੈਕਸ ਹੁੰਨੇ ਆ। ਚਲੋ ਜੀ, ਘਰਦਿਆਂ ਨੇ ਇੱਥੋਂ ਪੇਮੈਂਟ ਪਾਤੀ ਤੇ ਏਜੰਟ ਸਾਡੇ ਲੱਖ ਉਦੋਂ 4.5 ਲੱਖ ਰੁਪਈਆ ਜੀ ਆਸਟ੍ਰੇਲੀਆ ਦਾ ਸੀਗਾ। ਤੇ ਸਾਨੂੰ ਅਗਲੇ ਦਿਨ ਸਵੇਰੇ ਉੱਠ ਕੇ ਪਤਾ ਲੱਗਦਾ, ਜਿਸ ਰਾਤ ਅਸੀਂ ਪੇਮੈਂਟ ਦਿੱਤੀ, ਕਿ ਅਸਲ ਦੇ ਵਿੱਚ
ਏਜੰਟ ਹੋਟਲ ਹੀ ਛੱਡ ਚੁੱਕੇ। ਅੱਛਾ, ਹਾਂਜੀ ਤੁਹਾਡੇ ਸੁੱਤੇ ਪਿਆ? ਹਾਂਜੀ, ਸਾਡੇ ਸੁੱਤੇ ਪਿਆ। ਅਸੀਂ ਉਹਦਾ ਬੂਹਾ ਵਗੈਰਾ ਨੌਕ ਕੀਤਾ ਪਰ ਕੋਈ ਰਿਪਲਾਈ ਨਹੀਂ ਆਇਆ। ਅਸੀਂ ਨੀਚੇ ਗਏ, ਉਹ ਕਹਿੰਦੇ ਐਕਚੁਅਲੀ ਕਹਿੰਦੇ ਉਹ ਤਾਂ ਰਾਤ ਹੀ ਚੈੱਕ ਆਊਟ ਕਰ ਗਏ। ਅਸੀਂ ਨੰਬਰ ਮਿਲਾਇਆ, ਨੰਬਰ ਸਵਿਚ ਆਫ ਆ ਰਿਹਾ। ਘਰ ਫੋਨ ਕੀਤਾ, ਘਰ ਦੇ ਕਹਿੰਦੇ ਵੀ ਗੱਲ ਆਏ ਆ ਵੀ ਹੁਣ ਵੀਜ਼ਾ ਤੁਹਾਡੇ ਕੋਲ ਲੱਗਿਆ, ਹੁਣ ਤੁਸੀਂ ਦੇਖੋ ਵੀ ਕੀ ਸਟੈਪ ਚੱਕਣਾ। ਮੈਂ ਕਿਹਾ ਡੈਡੀ ਮੈਨੂੰ ਸ਼ੱਕ ਹੈ ਇਸ ਗੱਲ ਦਾ ਹੈ ਕਿ ਵੀਜ਼ਾ ਓਰੀਜਨਲ ਨਹੀਂ ਹੋਣਾ, ਕਿਉਂਕਿ ਜੋ ਬੰਦਾ ਭੱਜੇ ਕਿਉਂ, ਜੇ ਉਹ ਸੱਚਾ ਬੰਦਾ ਤਾਂ ਹੋਟਲ 'ਚ ਹੋਣਾ ਚਾਹੀਦਾ ਸੀਗਾ। ਉਹ ਬੰਦਾ ਸਾਨੂੰ ਇੱਥੇ ਹੈ ਨਹੀਂ ਹੈ। ਨਾਲ ਦੇ ਕਹਿੰਦੇ ਚਲੋ ਇੱਥੇ ਆਸਟ੍ਰੇਲੀਆ ਫਲਾਈ ਕਰਦੇ ਹਾਂ। ਮੈਂ ਧੱਕਾ ਕੀਤਾ, ਮੈਂ ਕਿਹਾ ਨਹੀਂ ਮੈਂ ਇੰਡੀਆ ਜਾ ਕੇ ਚੜੂੰਗਾ। ਅਸੀਂ ਇੰਡੀਆ ਵਾਪਸ ਆਏ ਇੰਡੋਨੇਸ਼ੀਆ ਤੋਂ, ਆ ਕੇ ਇੱਥੇ ਵੀਜ਼ਾ ਚੈੱਕ ਕਰਾਇਆ। 2003 'ਚ ਵੀਜ਼ਾ ਚੈੱਕ ਕਰਾਉਣ ਦਾ ਕੋਈ ਪ੍ਰੋਸੀਜਰ ਨਹੀਂ ਸੀਗਾ, ਇੰਟਰਨੈਟ ਨਹੀਂ ਸੀ, ਗੂਗਲ ਨਹੀਂ ਸੀ, ਕੋਈ ਸਿਸਟਮ ਨਹੀਂ ਸੀ। ਅਸੀਂ ਟਿਕਟਾਂ ਵਾਲਿਆਂ ਕੋਲ ਤੁਰੇ ਫਿਰਦੇ ਸੀ ਕਿ ਆਹ ਦੇਖਿਓ ਜੀ ਵੀਜ਼ਾ ਇਦਾਂ ਦਾ ਹੀ ਹੁੰਦਾ। ਕਹਿੰਦੇ ਭਾਈ ਦੇਖਣ 'ਚ ਤਾਂ ਇਦਾਂ ਦਾ ਹੀ ਹੁੰਦਾ, ਹੁਣ ਪਤਾ ਨਹੀਂ ਓਰੀਜਨਲ ਹੈ ਕਿ ਨਹੀਂ, ਵੀ ਸਟicker ਚੋਰੀ ਵੀ ਹੋ ਜਾਂਦੇ। ਅਸੀਂ ਸੋਚਿਆ ਸਟicker ਚੋਰੀ ਵਾਲੀ ਗੇਮ ਹੀ ਨਾ ਪੈ ਗਈ ਹੋਵੇ। ਕਰਦਿਆਂ ਕਰਾਉਂਦਿਆਂ ਸਾਡੇ 4 ਚੋਂ 2 ਜਣੇ ਥਿੜ ਕੇ ਕਹਿੰਦੇ ਭਰਾਵਾ ਅਸੀਂ ਤਾਂ ਨਹੀਂ ਚੜ੍ਹਦੇ, ਤੁਸੀਂ ਪਹਿਲਾਂ ਚੜ੍ਹ ਕੇ ਦੇਖ ਲਓ। ਅਸੀਂ 2 ਜਣਿਆਂ ਨੇ ਟਰਾਈ ਕੀਤਾ ਜੀ, ਟਿਕਟ ਕਰਾਈ, ਇੱਥੋਂ ਚੜ੍ਹੇ, ਕੈਲਕਟਾ ਤੋਂ ਫਲਾਈਟ ਕਰਾਈ, ਇੱਥੋਂ ਕੈਲਕਟਾ ਗਏ। ਕੈਲਕਟਾ ਤੋਂ ਚੜ੍ਹਨ ਲੱਗੇ ਰਾਤ ਨੂੰ ਉਹਨਾਂ ਨੇ ਸਾਡੇ ਤੇ ਡਾਊਟ ਕਰ ਲਿਆ। ਉਹ ਕਹਿੰਦੇ ਵੀ ਤੁਹਾਡੀ ਅਸੀਂ ਕਟਾਪਾ ਚਾੜਾਂਗੇ, ਤੁਸੀਂ ਪੁੱਠੇ ਆਓਗੇ, ਟਿਕਟ ਨਾ ਅੰਬੈਸੀ ਨੇ ਕਹਿੰਦੇ ਨਾ ਚੜੋ। ਕਹਿੰਦੇ ਅਸੀਂ ਕਿਹਾ ਪ੍ਰੂਫ ਕਰੋ ਸਾਡਾ ਵੀਜ਼ਾ ਡੁਪਲੀਕੇਟ ਹੈ। ਕਹਿੰਦੇ ਪ੍ਰੂਫ ਕਰ ਨਹੀਂ ਸਕਦੇ, ਸਾਡੇ ਕੋਲ ਇਸ ਟਾਈਮ ਕੋਈ ਸੋਰਸਿਸ ਹੈ ਨਹੀਂਗੇ, ਅੰਬੈਸੀਆਂ ਦੀ ਆਪਸ 'ਚ ਇਸ ਵੇਲੇ ਕਨੈਕਟੀਵਿਟੀ ਹੈ ਨਹੀਂ। ਅਸੀਂ ਕਿਹਾ ਠੀਕ ਆ, ਅਸੀਂ ਅੜੀ ਨਾਲ ਚੜ੍ਹ ਗਏ ਜੀ। ਥਾਈਲੈਂਡ ਜਾ ਕੇ ਉਹਨਾਂ ਨੇ ਟ੍ਰਾਂਜ਼ਿਟ ਵਾਲੀ ਲਾਈਨ 'ਚ ਲੱਗੇ ਤੇ ਉਹਨਾਂ ਨੇ ਰੋਕ ਲਿਆ। ਉਹ ਕਹਿੰਦੇ ਵੇਟ ਕਰੋ ਕਾਕਾ ਜੀ। ਚੱਕ ਕੇ ਉਹੀ ਗੱਲ, ਵੀਜ਼ਾ ਡੁਪਲੀਕੇਟ ਨਿਕਲਿਆ। ਸਾਨੂੰ ਉੱਥੋਂ ਰਿਪੋਰਟ ਕਰਤਾ ਤੇ ਇੰਡੀਆ ਆ ਕੇ ਸਾਨੂੰ ਫਿਰ ਸਾਡੇ ਤੇ ਕੇਸ ਚੱਲਿਆ, ਤਿਹਾੜ ਲੈ ਗਏ। ਹਾਂਜੀ, 20 ਸਾਲ ਦੀ ਉਮਰ ਸੀ ਜੀ ਤੇ ਆਪਾਂ ਤਿਹਾੜ ਦੇਖ ਲਈ, ਪਾ ਕੇ ਬ੍ਰਾਂਡਡ ਸ਼ੂਜ਼ ਵਧੀਆ, ਤਿਹਾੜ ਤੇ ਲਾਏ 5-4 ਦਿਨ ਤੇ ਫਿਰ 6 ਮਹੀਨੇ ਤੱਕ ਤਰੀਕਾਂ ਪੈਂਦੀਆਂ ਰਹੀਆਂ ਤੇ ਹਾਰ ਕੇ ਫਿਰ ਉਸ ਦਿਨ ਤੋਂ ਮੋਹ ਟੁੱਟ ਗਿਆ ਬਾਹਰਲਾ। ਨਹੀਂ, ਆਪਣੀ ਮਿੱਟੀ ਨਾਲ ਮੋਹ ਚੰਗਾ ਹੈ ਵੀ ਸ਼ਾਇਦ ਨਹੀਂ ਲਿਖਿਆ ਤੁਹਾਡੇ ਕਰਮਾਂ 'ਚ, ਕੋਈ ਚੀਜ਼ ਨਹੀਂ ਬਣੀ ਹੁੰਦੀ। ਕਿ ਮੇਰਾ ਇੱਕ ਦੋਸਤ ਕਹਿੰਦਾ ਹੁੰਦਾ ਹਰੇਕ ਬੰਦੇ ਵਾਸਤੇ ਹਰੇਕ ਚੀਜ਼ ਨਹੀਂ ਹੁੰਦੀ। ਬਿਲਕੁਲ, ਮੈਂ ਸਹਿਮਤ ਹਾਂ ਇਸ ਗੱਲ ਨਾਲ। ਪਰ ਦਰਸ਼ਕੋ, ਮੈਂ ਇਸ ਗੱਲਾਂ ਬਾਤਾਂ ਦੇ ਸਿਲਸਿਲੇ ਨੂੰ ਰੋਕਣਾ ਨਹੀਂ ਚਾਹੁੰਦਾ, ਪਰ ਰੁਕਣਾ ਪੈਂਦਾ ਹੁੰਦਾ। ਵਕਤ ਇਸ ਵੇਲੇ ਛੋਟੇ ਜਿਹੇ ਬ੍ਰੇਕ ਦਾ ਹੋਇਆ। ਬ੍ਰੇਕ ਦੇ ਅਗਲੇਰੇ ਪਾਰ ਮੈਂ ਬਾਈ ਸੁੱਖੀ ਢਿੱਲੋਂ ਦੇ ਸਾਹਿਤ ਦੀ ਸਾਂਝ, ਫਿਲਮੀ ਸਫ਼ਰ ਦੇ ਸਾਂਝ ਦੀ ਗੱਲਬਾਤ ਤੁਹਾਡੇ ਨਾਲ ਜ਼ਰੂਰ ਕਰਾਵਾਂਗਾ। ਮਿਲਦੇ ਹਾਂ ਬ੍ਰੇਕ ਦੇ ਅਗਲੇਰੇ ਪਾਰ। ਬ੍ਰੇਕ ਦੇ ਇਸ ਵਾਰ ਤੁਹਾਡਾ ਮੁੜ ਤੋਂ ਸਵਾਗਤ ਹੈ। ਸਾਹਿਤ ਦੀ ਤੰਦ ਪਾਈ ਹੋਈ ਹੈ ਸੁੱਖੀ ਢਿੱਲੋਂ ਹੋਰਾਂ ਨਾਲ। ਸੁੱਖੀ ਬਾਈ ਮੁੜ ਤੋਂ ਸਵਾਗਤ ਹੈ ਬ੍ਰੇਕ ਦੇ ਇਸ ਵਾਰ। ਸੁੱਖੀ ਬਾਈ, ਪਹਿਲਾ ਪ੍ਰੋਜੈਕਟ ਕਿਵੇਂ ਲਿਖਿਆ ਗਿਆ, ਜਾਂ ਪਹਿਲੀ ਵੰਨਗੀ ਕੀ ਲਿਖੀ ਸੀ? ਕੋਈ ਗੀਤ ਲਿਖਿਆ, ਕੋਈ ਕਵਿਤਾ ਲਿਖੀ, ਫਿਰ ਫਿਲਮ ਲਾਈਨ ਦੇ ਵਿੱਚ ਆਉਣ ਦਾ ਸਬੱਬ ਕਿਵੇਂ ਬਣਿਆ? ਕਿਉਂਕਿ ਬੰਦਾ ਸਿੱਧਾ ਤਾਂ ਨਹੀਂ ਐਂਟਰ ਕਰ ਲੈਂਦਾ ਹੁੰਦਾ, ਕੋਈ ਨਾ ਕੋਈ ਜ਼ਰੀਆ ਬਣਦਾ ਹੁੰਦਾ। ਕੁਝ ਲੋਕ ਜ਼ਰੀਆ ਬਣਦੇ ਨੇ, ਕੋਈ ਗੁਰੂ ਧਾਰਿਆ ਹੋਵੇ, ਕੋਈ ਸੱਜਣ ਬੇਲੀ ਇਦਾਂ ਦਾ। ਅਸਲ 'ਚ ਜੀ ਮੈਂ ਸਕੂਲ ਟਾਈਮ ਤੋਂ ਹੀ ਐਕਟਿਵ ਸੀਗਾ, ਮਤਲਬ ਸਕੂਲ ਦੀ ਅਸੈਂਬਲੀ ਕਰਾਉਣੀ, ਹਾਊਸ ਦਾ ਕੈਪਟਨ ਰਹਿਣਾ, ਉਹ ਸਭ ਚੀਜ਼ਾਂ ਮੈਂ ਸਟਾਰਟਿੰਗ ਤੋਂ ਹੀ ਕਰ ਰਿਹਾ ਸੀਗਾ। ਸੋ ਉਹਦੇ ਦੌਰਾਨ ਇਹ ਹੁੰਦਾ ਸੀ ਕਿ ਤੁਹਾਨੂੰ ਕੁਛ ਨਾ ਕੁਛ ਕ੍ਰੀਏਟੀਵਿਟੀ ਕਰਨੀ ਹੀ ਪੈਂਦੀ ਹੈ। ਸਟੇਜ ਸੰਭਾਲ ਰਹੇ ਹੋ, ਕਦੇ ਕੁਛ ਨਾ ਕੁਛ ਬੋਲਣਾ, ਉਹ ਸਭ ਚੀਜ਼ਾਂ, ਸਪੀਚ ਵਗੈਰਾ ਸਭ ਚੀਜ਼ਾਂ ਨਾਲ ਮੇਰਾ ਵਾਹ ਪੈ ਹੀ ਰਿਹਾ ਸੀ। ਤਾਂ ਉਹਦੇ ਦੌਰਾਨ ਹੀ ਮੈਨੂੰ ਹੋ ਗਿਆ ਸੀ ਆਪਦੇ ਵੱਲੋਂ ਕੁਛ ਨਾ ਕੁਛ ਲਿਖਿਆ ਹੋਇਆ ਸਟੇਜ ਤੇ ਬੋਲਿਆ ਜਾਵੇ। ਮੈਨੂੰ ਐਗਜ਼ੈਕਟਲੀ ਤੇ ਨਹੀਂ ਹੁਣ ਯਾਦ, ਪਰ ਮੈਨੂੰ ਯਾਦ ਹੈ ਕਿ ਮੈਂ ਇੱਕ ਪਿੰਕ ਕਲਰ ਦੀ ਛੋਟੀ ਜਿਹੀ ਇੱਕ ਡਾਇਰੀ ਖਰੀਦੀ ਸੀ ਕਿ ਯਾਰ ਮੈਂ ਲਿਖਿਆ ਕਰੂੰਗਾ, ਤੇ ਮੈਂ ਉਹਦੇ ਤੇ ਕਾਫੀ ਸਾਰਾ ਕੁਛ ਲਿਖਿਆ ਵੀ। ਇੱਕ ਟਾਈਮ ਤੇ ਆ ਕੇ ਜਦੋਂ ਲਾਈਫ ਆ ਸਟ੍ਰੈਸਫੁਲ ਦੌਰ 'ਚ ਆਈ ਕਿ ਮੇਰਾ ਬਾਹਰ ਵਾਲਾ ਨੁਕਸਾਨ ਹੋਇਆ ਤੇ ਸਭ ਕੁਛ, ਤਾਂ ਮੈਂ ਮਤਲਬ ਸਪੈਸ਼ਲੀ ਚੁੱਲ੍ਹਾ ਬਾਲ ਕੇ ਵਾਹਵਾ ਸਾਰਾ ਮਿੱਟੀ ਦਾ ਤੇਲ ਪਾ ਕੇ ਤੋਂ ਡਾਇਰੀ ਨੂੰ ਆਪਦੇ ਹੱਥੀਂ ਅੱਗ ਲਾਈ ਸੀ। ਓਏ ਹੋਏ, ਇੰਨਾ ਭਰ ਗਿਆ ਸੀ ਬੰਦਾ ਅੰਦਰ ਕਿ ਰੱਬਾ, ਮਤਲਬ ਪ੍ਰੀਖਿਆ ਦੇਣ ਨੂੰ ਮੈਂ ਹੀ ਬਚਿਆ ਦੁਨੀਆ ਤੇ। ਤੇ ਉਸ ਤੋਂ ਬਾਅਦ ਬਹੁਤ ਸਮਾਂ ਮੇਰਾ ਇਹਨਾਂ ਚੀਜ਼ਾਂ ਨਾਲ ਕੋਈ ਵਾਹ ਵਾਸਤਾ ਨਹੀਂ ਰਿਹਾ। ਜਿਵੇਂ ਤੁਹਾਨੂੰ ਦੱਸਿਆ, ਮੈਂ ਚੰਡੀਗੜ੍ਹ ਆਇਆ, ਇੰਜੀਨੀਅਰਿੰਗ ਕੀਤੀ, ਫਿਰ ਮੈਂ HDFC ਬੈਂਕ 'ਚ ਜੌਬ ਕੀਤੀ, ਕ੍ਰੈਡਿਟ ਕਾਰਡ ਡਿਵੀਜ਼ਨ 'ਚ। ਮੈਂ ਬੈਕ ਐਂਡ ਸਪੋਰਟ 'ਚ ਸੀਗਾ, ਉਹ ਵਧੀਆ ਜੌਬ ਸੀ। ਪਰ ਆਪਾਂ ਉਹੀ ਗੱਲ ਆ ਕਿ ਹੋਰ ਹੀ ਮਿੱਟੀ ਦੇ ਬਣੇ ਆ। ਮਤਲਬ ਮੈਨੂੰ ਕਿਸੇ ਦੇ ਅਧੀਨ ਰਹਿਣਾ ਬੜਾ ਔਖਾ ਲੱਗ ਰਿਹਾ ਸੀਗਾ। ਡੇਲੀ ਉਹ ਸਫਿਸਟੀਕੇਟਿਡ ਜੇ ਸਟਾਈਲ 'ਚ ਆਉਣਾ, ਸ਼ਰਟ ਟੱਕ ਕਰਕੇ, ਇਨ ਕਰਕੇ, ਉਹ ਮੈਂ ਨਹੀਂ ਕਰ ਸਕਦਾ। ਬਸ HDFC ਉਹੀ ਗੱਲ, ਜੌਬ ਛੱਡਣੀ ਪਈ ਤੇ ਮੁੜ ਕੇ ਮੈਰਿਜ ਹੋ ਗਈ, ਗੁੜੀਆ ਹੋ ਗਈ। ਉਸ ਤੋਂ ਬਾਅਦ ਮੈਨੂੰ ਏਅਰਟੈਲ ਦਾ ਕੰਮ ਮਿਲਿਆ, ਇੱਕ ਮਤਲਬ ਏਰੀਆ 'ਚ ਡਿਸਟ੍ਰੀਬਿਊਸ਼ਨ, ਮਤਲਬ ਉਹ ਬਹੁਤ ਵੱਡਾ ਬਿਜ਼ਨਸ ਸੀਗਾ ਉਹਨੂੰ ਕਹਿ ਲਓ। ਉਹ ਮੈਂ ਵਧੀਆ ਕੀਤਾ, 2-2.5 ਸਾਲ ਮੈਂ ਏਅਰਟੈਲ ਨੂੰ ਆਪਦੇ ਏਰੀਏ 'ਚ ਆਈਡੀਆ ਤੋਂ ਉੱਪਰ ਲੈ ਕੇ ਆਇਆ। ਏਅਰਟੈਲ 'ਚ ਮੇਰਾ ਨਾਮ ਵੱਜਦਾ ਸੀਗਾ ਉਸ ਟਾਈਮ। ਇਹ ਤੁਹਾਡੀ ਮਿੱਟੀ ਦੀ ਖਸਲਤ ਸੀ ਨਾ? ਜੀ ਬਿਲਕੁਲ, ਚੱਲ ਰਿਹਾ ਸਭ ਕੁਝ ਸਹੀ ਉਸੇ ਟਾਈਮ ਤੇ। ਮਤਲਬ ਮੇਰੀ ਜ਼ਿੰਦਗੀ 'ਚ ਇਹੀ ਸੀਗਾ ਵੀ ਵਧੀਆ ਚੰਗੀ 120-30 ਸਪੀਡ ਤੇ ਚੱਲਣ ਵਾਲੇ ਜਿਹੜਾ ਹਾਈਵੇਜ਼ ਹੁੰਦੇ, ਉਹ ਸਪੀਡ ਤੇ ਮੈਂ ਚੱਲ ਰਿਹਾ ਹੁੰਦਾ ਸੀ, ਪਰ ਉੱਥੇ ਬ੍ਰੇਕਰ ਹੁੰਦਾ ਸੀ ਮੇਰੀ ਜ਼ਿੰਦਗੀ 'ਚ। ਤਾਂ ਬ੍ਰੇਕਰ ਉੱਥੇ ਹੀ ਵੱਜਿਆ ਕਿ ਇੱਕ ਟਾਈਮ ਤੇ ਕੋਈ ਕਾਨੂੰਨ ਆਇਆ, ਕੋਈ SSP ਸਟ੍ਰਿਕਟ ਆਇਆ ਸਰਸੇ ਜ਼ਿਲ੍ਹੇ 'ਚ, ਤੇ ਉਹਨੇ ਆ ਕੇ ਅਨਾਊਂਸ ਕਰਤਾ ਕਿ ਹਰੇਕ ਬੰਦੇ ਦੀਆਂ 3 ਆਈਡੀਆਂ ਲਈਆਂ ਜਾਣ। ਉਦੋਂ ਅਸੀਂ ਸਿਮ ਵੇਚ ਕੇ ਮਤਲਬ ਅਪ ਲੈਵਲ ਤੇ ਪਹੁੰਚੇ ਸੀਗੇ ਕਿ ਬਹੁਤ ਜ਼ਿਆਦਾ ਸਿਮ ਸੇਲ ਕੀਤੀ ਜਾ ਰਹੀ ਹੈ। ਲੋਕ 3 ਆਈਡੀਆਂ ਤੋਂ ਮੁੱਕਰ ਗਏ
ਲੋਕ ਬੰਦਾ ਕਹਿੰਦਾ ਯਾਰ ਆਈਡੀ ਮਿਸਯੂਜ਼ ਹੋਊਗੀ, ਉਦੋਂ ਕਿਸੇ ਦੇ ਨਾਮ ਤੇ ਕੋਈ ਵੀ ਆਈਡੀ ਲੈ ਲੈਂਦਾ ਸੀਗਾ। ਇਹ ਅੱਜ ਵਾਲਾ ਡਿਜੀਟਲ ਸਿਸਟਮ ਤੇ ਹੈ ਨਹੀਂ ਸੀਗਾ, ਤੇ ਉਸ ਚੱਕਰ 'ਚ ਮੈਨੂੰ ਲੱਗਿਆ ਕਿ ਹੁਣ ਸਿਸਟਮ ਡਾਊਨ ਜਾਂਦਾ ਜਾ ਰਿਹਾ। ਮੈਂ ਨਾਲ ਇੱਕੋ ਦਮ ਹੀ ਕੁਇਟ ਕਰਤਾ, ਕਿਸੇ ਹੋਰ ਨੂੰ। ਜੌਬ ਨਹੀਂ, ਡਿਸਟ੍ਰੀਬਿਊਸ਼ਨ ਸੀ, ਬਿਜ਼ਨਸ ਸੀਗਾ ਬੇਸਿਕਲੀ ਆਪਣਾ, ਮੈਂ ਕਿਸੇ ਹੋਰ ਨੂੰ ਹੈਂਡਓਵਰ ਕਰਤੀ ਸੀ। ਉਹ ਵੀ ਮੈਨੂੰ ਛੱਡਣੀ ਪਈ। ਤੇ ਕਰਦਿਆਂ ਕਰਾਉਂਦਿਆਂ ਮਤਲਬ ਇੱਕ ਦੋ ਮੇਰੇ ਦੋਸਤ, ਜਿਵੇਂ ਕਿ ਸੁਰਮੀਤ ਮਾਵੀ ਭਾਜੀ, ਪੰਜਾਬ 1984 ਉਹਨਾਂ ਦੇ ਨਾਮ ਤੇ ਲੱਗਦੀ ਹੈ ਜੀ, ਤੇ ਉਹ ਭਾਜੀ ਨਾਲ ਮੇਰੀ ਬਹੁਤ ਪੁਰਾਣੀ ਦੋਸਤੀ ਹੈ, ਸਾਡਾ ਪਰਿਵਾਰਾਂ ਵਰਗਾ ਸਾਡੀ ਸਾਂਝ ਹੈ। ਤੇ ਉਹ ਭਾਜੀ ਨਾਲ ਮੇਰੇ ਲਿੰਕ ਸੀਗੇ, ਉਹਨਾਂ ਦੇ ਥਰੂ ਹੋਰ ਬਣਦੇ ਗਏ। ਲਿਖਣ ਦਾ ਮੇਰੇ ਅੰਦਰ ਜੋ ਸੀਗਾ, ਕੁਝ ਕਹਾਣੀਆਂ ਮੈਂ ਸ਼ੇਅਰ ਕਰਨੀਆਂ ਸ਼ੁਰੂ ਕੀਤੀਆਂ। ਕਰਦਿਆਂ ਕਰਾਉਂਦੇ ਇੱਕ ਦਿਨ ਮੇਰੀ ਹੌਬੀ ਧਾਲੀਵਾਲ ਭਾਜੀ ਨਾਲ ਮੁਲਾਕਾਤ ਹੋਈ। ਪੰਜਾਬੀ ਫਿਲਮਾਂ ਦੇ ਇਸ ਵਕਤ ਦਾ ਵੱਡਾ ਨਾਮ ਹੌਬੀ ਧਾਲੀਵਾਲ ਜੀ ਬਿਲਕੁਲ। ਹੌਬੀ ਬਾਈ ਨੇ ਮੇਰੀ ਇੰਡਸਟਰੀ 'ਚ ਬਹੁਤ ਹੈਲਪ ਕੀਤੀ ਹੈ। ਮਤਲਬ ਮੈਂ ਜੇ ਕਹਾਂ ਵੀ ਮੇਰੇ ਤੋਂ ਇਲਾਵਾ ਮੇਰੀਆਂ ਕਹਾਣੀਆਂ ਕੌਣ ਸੁਣਾਉਂਦਾ, ਤਾਂ ਹੌਬੀ ਧਾਲੀਵਾਲ ਉਸ ਸ਼ਖਸ ਨੇ, ਅੱਛਾ, ਜਿਹੜੇ ਆਮ ਸੈੱਟਾਂ ਤੇ। ਮੈਂ ਹੌਬੀ ਭਾਜੀ ਦੀ ਤੁਹਾਨੂੰ ਇੱਕ ਗੱਲ ਦੱਸਦੇ ਆ ਮੇਰੇ ਦਰਸ਼ਕੋ, ਕਿ ਜਿਹੜੇ ਅੱਜ ਕੱਲ੍ਹ ਦੇ ਸ਼ਾਇਦ ਬਹੁਤਿਆਂ ਨੂੰ ਨਹੀਂ ਪਤਾ, ਹੌਬੀ ਧਾਲੀਵਾਲ ਅਦਾਕਾਰੀ 'ਚ ਆਉਣ ਤੋਂ ਪਹਿਲਾਂ ਪੰਜਾਬੀ ਦੇ ਬਹੁਤ ਕਮਾਲ ਦੇ ਸਿੰਗਰ ਰਹੇ ਨੇ। ਹੌਬੀ ਬਾਈ ਦਾ ਪਿੰਡ ਚਪੜੌਦਾ ਅਮਰਗੜ੍ਹ ਦੇ ਨਾਲ, ਚੰਗੀ ਸਰਦਾਰੀ ਜ਼ਿਮੀਂਦਾਰ ਹੈ, ਪਰਿਵਾਰ ਹੈ। ਔਰ ਪਹਿਲਾਂ ਹੌਬੀ ਭਾਜੀ ਗਾਉਂਦੇ ਹੁੰਦੇ ਸੀਗੇ, ਮਾਰਜ ਗਿਰੋ ਗੇੜਾ ਨਹੀਂ ਮੈਂ ਉੱਧਰ ਗਿਆ। ਮੈਂ ਚਾਹੂੰਗਾ ਕਿ ਹੌਬੀ ਭਾਜੀ ਆਪਣੀ ਉਸ ਯਾਦ ਨੂੰ ਫਿਰ ਤੋਂ ਕਦੇ ਤਾਜ਼ਾ ਕਰਨ। ਸੋ ਕਿਤੇ ਮੇਰਾ ਸੁਨੇਹਾ ਲਾ ਦਿਓ ਕਿ ਬੰਦਾ ਤੁਹਾਨੂੰ ਜਾਣਦਾ, ਜਿਹੜਾ ਬੰਦੇ ਨੂੰ ਪਤਾ ਕਿ ਜਿਹਨੇ ਤੁਹਾਡੀਆਂ ਸਟੇਜਾਂ ਵੀ ਵੇਖੀਆਂ ਹੋਈਆਂ ਨੇ ਜਦੋਂ ਤੁਸੀਂ ਗਾਉਂਦੇ ਹੁੰਦੇ ਸੀਗੇ। ਅੱਛਾ, ਹੌਬੀ ਭਾਜੀ ਤੁਹਾਡੀਆਂ ਕਹਾਣੀਆਂ ਨੂੰ ਰਿਪਰੈਜ਼ੈਂਟ ਹਾਂਜੀ, ਮੇਰਾ ਦੋਸਤ ਹੈ ਸੁਖਵਿੰਦਰ ਰਾਜ, ਫਿਲਮਾਂ 'ਚ ਬਹੁਤ ਵਧੀਆ ਐਕਟਰ ਹੈ ਜੀ। ਤੇ ਮਤਲਬ ਉਹਦੇ ਥਰੂ ਮੇਰੀ ਹੌਬੀ ਬਾਈ ਨਾਲ ਮੁਲਾਕਾਤ ਹੋਈ। ਰਾਜ ਨੇ ਰਿਕਮੈਂਡ ਕੀਤਾ, ਹੌਬੀ ਬਾਈ ਨੇ ਮੇਰੇ ਤੋਂ ਕਹਾਣੀ ਸੁਣੀ। ਉਹ ਮੇਰੀ ਮਤਲਬ ਪਹਿਲੀ ਕਹਾਣੀ ਹੈ ਜੋ ਮੈਂ ਲਿਖੀ ਹੈ, ਉਹਦਾ ਟਾਈਟਲ ਹੈ VCR। 1995 ਦੀ ਇੱਕ ਕਹਾਣੀ ਹੈ। ਮਤਲਬ ਪ੍ਰੇਮ ਬਾਈ ਨੇ ਉਹ ਡਾਇਰੈਕਟ ਕਰਨੀ ਹੈ, ਉਹ ਸਾਡੀ ਪ੍ਰੇਮ ਸਿੰਘ ਸਿੱਧੂ ਜੀ ਬਿਲਕੁਲ। ਸਾਡੀ ਆਪਸੀ ਦੋਸਤੀ ਦੀ ਕਮਿਟਮੈਂਟ ਹੈ ਕਿ ਉਹ ਫਿਲਮ ਅਸੀਂ ਇੱਕ ਦਿਨ ਇਕੱਠੇ ਹੀ ਕਰਨੀ ਹੈ, ਚਾਹੇ ਉਹਦੇ ਲਈ 10 ਸਾਲ ਸਾਨੂੰ ਵੇਟ ਕਰਨਾ ਪੈ ਜੇ। ਸਾਡੇ 'ਚ ਇੰਨਾ ਸਬਰ ਹੈ, ਅਸੀਂ ਆਪਣਾ ਕੰਮ ਕਰ ਰਹੇ ਹਾਂ, ਬਾਈ ਆਪਣਾ ਕਰ ਰਿਹਾ, ਮੈਂ ਆਪਣਾ ਕਰ ਰਿਹਾ, ਪਰ ਜਿੱਦੇ ਉਹ ਬਣਾਈ ਅਸੀਂ ਇਕੱਠੇ ਹੀ ਬਣਾਵਾਂਗੇ ਨਾ। ਪ੍ਰੇਮ ਸਿੰਘ ਸਿੱਧੂ ਦਾ ਜ਼ਿਕਰ ਆਇਆ, ਮੈਂ ਦੱਸ ਦਿਆਂ, ਇੱਕ ਵੈਬ ਸੀਰੀਜ਼ ਆਈ ਪੰਜਾਬੀ ਦੀ, ਪਲੀਜ਼ ਕਿਲ ਮੀ, ਕਮਾਲ ਦੀ ਵੈਬ ਸੀਰੀਜ਼ ਜਿਹਦੀ ਬਹੁਤ ਚਰਚਾ ਹੋਈ। ਪ੍ਰੇਮ ਸਿੰਘ ਸਿੱਧੂ ਬਹੁਤ ਜ਼ਹੀਨ ਕਿਸਮ ਦਾ ਡਾਇਰੈਕਟਰ ਹੈ, ਥੋੜਾ ਮਤਲਬ ਉਹ ਵੀ ਹਿੱਲਿਆ ਹੋਇਆ ਥੋੜਾ ਜਿਹਾ, ਵੱਖਰੇ ਦਿਮਾਗ ਦਾ, ਔਰ ਚੀਜ਼ਾਂ ਨੂੰ ਇੰਨੀ ਸਹਿਜਤਾ ਨਾਲ, ਸਬਰ ਨਾਲ ਤੇ ਗੰਭੀਰਤਾ ਨਾਲ ਪ੍ਰੈਜ਼ੈਂਟ ਕਰਨ ਵਾਲੇ ਡਾਇਰੈਕਟਰਾਂ ਦੇ ਵਿੱਚੋਂ ਪ੍ਰੇਮ ਸਿੰਘ ਸਿੱਧੂ ਦਾ ਨਾਂ ਹੈ। ਠੀਕ ਹੈ, ਹਲੇ ਇੰਡਸਟਰੀ ਦੇ ਵਿੱਚ ਜਿਹਨੂੰ ਮੁਕਾਮ ਕਹਿੰਦੇ ਹੁੰਦੇ ਆ ਨਾ, ਜਾਂ ਉਹ ਜੋ ਕਹਿੰਦੇ ਸੋ ਕਾਲਡ ਸਿਤਾਰਾਪਨ, ਹਲੇ ਉਹ ਨਹੀਂ ਆਇਆ, ਆ ਜਾਏਗਾ। ਪਰ ਪ੍ਰੇਮ ਸਿੰਘ ਸਿੱਧੂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਲਈ ਗੰਭੀਰ ਵਿਸ਼ਿਆਂ ਦੇ ਉੱਤੇ ਕੰਮ ਕਰਨ ਵਾਲਾ ਡਾਇਰੈਕਟਰ ਹੈ। ਉਹ ਇਹਨਾਂ ਦਾ ਮਿੱਤਰ ਹੈ, ਇਹਨਾਂ ਦਾ ਕੀ, ਸਾਡਾ ਸਾਰਿਆਂ ਦਾ ਸਾਂਝਾ ਮਿੱਤਰ ਹੈ ਜੀ ਬਿਲਕੁਲ। ਤੇ ਉਹ ਮੈਂ ਹੌਬੀ ਬਾਈ ਨੂੰ ਸੁਣਾਈ। ਹੌਬੀ ਬਾਈ ਦੇ ਥਰੂ ਕਿਸੇ ਪ੍ਰੋਡਿਊਸਰ ਤੱਕ ਉਹ ਪਹੁੰਚੀ ਤੇ ਸਾਡੀਆਂ ਗੱਲਾਂ ਬਾਤਾਂ ਚੱਲੀਆਂ VCR ਤੋਂ। ਮਤਲਬ VCR ਉਹ ਸੀ ਜਿਹਨੇ ਮੈਨੂੰ ਬੇਸਿਕਲੀ ਇੰਡਸਟਰੀ 'ਚ ਵਿਚਰਨ ਲਾਤਾ। ਤੇ ਮੈਨੂੰ ਹੁਣ ਵੀ ਪਤਾ ਲੱਗਦਾ ਹੈਗਾ ਕਿ ਇੰਡਸਟਰੀ ਦੇ ਬਹੁਤ ਸਾਰੇ ਵੱਡੇ ਵੱਡੇ ਕਲਾਕਾਰਾਂ ਨੂੰ ਵੀ VCR ਦੀ ਕਹਾਣੀ ਯਾਦ ਹੈ, ਕਿਉਂਕਿ ਹਰੇਕ ਬੰਦੇ ਸਾਹਮਣੇ ਕਿਤੇ ਨਾ ਕਿਤੇ ਹੌਬੀ ਬਾਈ ਦੇ ਥਰੂ ਗਈ, ਕਿਸੇ ਹੋਰ ਦੇ ਥਰੂ ਗਈ। ਉਹ ਮੇਰੀ ਰਜਿਸਟਰਡ ਕਹਾਣੀ ਹੈ ਤੇ ਕਹਾਣੀ ਬਹੁਤ ਸੋਹਣੀ ਹੈ। ਫਿਲਮ ਸ਼ਾਇਦ ਉਹਦੇ ਲੇਖਾਂ 'ਚ ਕਦੋਂ ਲਿਖੀ ਹੈ ਉਹ ਅੱਲਾ ਜਾਣਦਾ, ਪਰ ਉਹਦੇ ਕਰਕੇ ਮੈਨੂੰ ਚਰਚਾ ਬਹੁਤ ਮਿਲੀ ਕਿ ਇੱਕ ਇੱਦਾਂ ਦਾ ਕਹਾਣੀਕਾਰ। ਫਿਰ ਮੈਨੂੰ ਹੌਸਲਾ ਮਿਲਿਆ, ਮੈਂ ਹੋਰ ਲਿਖਦਾ ਗਿਆ, ਪੜ੍ਹਦਾ ਵੀ ਰਿਹਾ, ਲਿਖਦਾ ਵੀ ਰਿਹਾ। ਕਰਦਿਆਂ ਕਰਾਉਂਦਿਆਂ ਮੈਂ ਇੱਕ ਛੋਟਾ ਜਿਹਾ ਪ੍ਰੋਜੈਕਟ ਮੈਨੂੰ ਮਿਲਿਆ, ਸੌਰੀ ਬਾਈ ਸੌਰੀ, ਜੋ ਕਿ ਵਿੱਚ ਹੀ ਰਹਿ ਗਿਆ, ਕੰਪਲੀਟ ਨਹੀਂ ਹੋ ਪਾਈ। ਉਸ ਤੋਂ ਬਾਅਦ ਮੈਂ ਦੀਪ ਸਿੱਧੂ ਬਾਈ ਨਾਲ ਔਨ ਫਲੋਰ ਤਾਂ ਗਿਆ ਉਹ ਜੀ, ਬਿਲਕੁਲ ਔਨ ਫਲੋਰ ਗਿਆ। ਉਹ ਮੇਰਾ ਪਹਿਲਾ ਐਕਸਪੀਰੀਅੰਸ ਸੀਗਾ। ਉਸ ਤੋਂ ਬਾਅਦ ਪ੍ਰੇਮ ਬਾਈ ਨੇ ਡਾਇਰੈਕਟ ਕੀਤੀ ਤੇ ਮੇਰੀ ਲਿਖੀ ਹੋਈ ਸੀਗੀ। ਹੁਣ ਦੀਪ ਸਿੱਧੂ ਬਾਈ ਸਾਡੇ 'ਚ ਨਹੀਂ ਰਹੇ, ਉਸ ਫਿਲਮ ਦੇ ਹੀਰੋ ਸੀਗੇ। ਅੱਛਾ, ਫਿਲਮ ਦਾ ਨਾਮ ਪਿੰਡ ਸੀਗਾ, ਬਾਅਦ 'ਚ ਉਹਦਾ ਨਾਮ ਚੇਂਜ ਕਰਕੇ ਦੇਸੀ ਰੱਖਦੇ ਸੀ। ਤੇ ਦੀਪ ਸਿੱਧੂ ਹੋਰੀ ਉਸ ਫਿਲਮ ਦੇ ਬਤੌਰ ਪ੍ਰੋਡਿਊਸਰ ਵੀ ਸੀਗੇ ਤੇ ਹੀਰੋ ਵੀ ਸੀਗੇ ਜੀ ਬਿਲਕੁਲ। ਉਹਦਾ ਫਸਟ ਹਾਫ ਇੰਡੀਆ ਦਾ ਸ਼ੂਟ ਹੋ ਚੁੱਕਿਆ ਸੀ, ਕੈਨੇਡਾ ਦਾ ਸ਼ੂਟ ਕਰਨਾ ਸੀਗਾ। ਹੁਣ ਪਿੱਛੇ ਜੇ ਵੀ ਪ੍ਰੇਮ ਬਾਈ ਤੇ ਦੀਪ ਬਾਈ ਦੀ ਗੱਲ ਹੋਈ ਸੀ, ਉਹ ਕਹਿੰਦੇ ਵੀ ਹੁਣ ਆਪਾਂ ਪਲਾਨ ਕਰ ਰਹੇ ਹਾਂ, ਬਟ ਹੁਣ ਤਾਂ ਬਾਈ ਨਹੀਂ ਰਹੇ, ਸੋ ਪ੍ਰੋਜੈਕਟ ਵਿੱਚ ਰਹਿ ਗਿਆ। ਤੇ ਉਸ ਨੂੰ ਆਪਾਂ ਮੈਂ ਮਤਲਬ ਖੈਰ ਮੈਨੂੰ ਉਸ ਚੀਜ਼ ਦਾ ਤਕਨੀਕੀ ਤੌਰ ਤੇ ਮੈਂ ਨਹੀਂ ਸਮਝ ਪਾਵਾਂਗਾ। ਜੇ ਉਹਦਾ ਇੱਕ ਪਾਰਟ ਉਹਦਾ ਇੰਡੀਆ ਦੇ ਜਿਹੜਾ ਹੈ ਉਹ ਆਪਾਂ ਸ਼ੂਟ ਕਰ ਚੁੱਕੇ ਹਾਂ, ਤਾਂ ਉਹਨੂੰ ਕਿਸੇ ਐਸੇ ਤਰੀਕੇ ਨਾਲ ਦਰਸ਼ਕਾਂ ਦੇ ਸਾਹਮਣੇ ਨਹੀਂ ਰੱਖ ਸਕਦੇ, ਕਿਉਂਕਿ ਉਹ ਦੀਪ ਲਈ ਇੱਕ ਯਾਦ ਹੋਏਗੀ, ਉਹ ਦੀਪ ਲਈ ਟ੍ਰਿਬਿਊਟ ਹੋ ਸਕਦਾ। ਜੇ ਕੋਈ ਪ੍ਰੋਡਕਸ਼ਨ ਹਾਊਸ ਦੇ ਉਹਨਾਂ ਦੀ ਪ੍ਰਾਪਰਟੀ ਹੈ ਜੀ, ਉਹ ਕੀ ਸੋਚਦੇ ਆ ਉਹਨਾਂ ਦੇ ਤੇ ਮਤਲਬ ਡਿਪੈਂਡ ਕਰਦਾ ਹੈਗਾ ਜੀ। ਜੇ ਪ੍ਰੋਡਕਸ਼ਨ ਹਾਊਸ ਵੱਲੋਂ ਕੋਈ ਨਾ ਕੋਈ ਹੋਊਗਾ ਤਾਂ ਮੈਂ ਤਾਂ ਜ਼ਰੂਰ ਚਾਹੂੰਗਾ ਕਿ ਜੇ ਕਿਸੇ ਨੂੰ ਅਸੀਂ ਇੱਦਾਂ ਦੀ ਸ਼ਰਧਾਂਜਲੀ ਦੇ ਸਕਦੇ ਹਾਂ ਤਾਂ ਇਸ ਤੋਂ ਵੱਡੀ ਹੋਰ ਸਾਡੇ ਲਈ ਕੀ ਗੱਲ ਹੋ ਸਕਦੀ ਹੈ। ਤੇ ਪਿੰਡ ਤੋਂ ਬਾਅਦ ਮੈਂ ਤੇ ਪ੍ਰੇਮ ਬਾਈ ਨੇ ਮਿਲ ਕੇ ਕੀਤੀ ਜ਼ਿੰਦਗੀ ਜ਼ਿੰਦਾਬਾਦ, ਜਿਸ 'ਚ ਮੈਂ ਐਜ਼ ਏ ਡਾਇਲੋਗ ਰਾਈਟਰ ਕੰਮ ਕੀਤਾ। ਉਹ ਸਾਡੀ ਬਹੁਤ ਸੋਹਣੀ ਫਿਲਮ ਬਣੀ ਹੋਈ ਹੈ। ਉਹ ਕੁਛ
ਟੈਕਨੀਕਲ ਪ੍ਰੋਬਲਮਸ ਕਰਕੇ ਡਿਲੇ ਹੋਈ, ਬਟ ਹੁਣ ਉਹ ਰੈਡੀ ਹੈ ਤੇ ਉਹ ਜਲਦੀ ਪ੍ਰੋਡਿਊਸਰ ਉਹਨੂੰ ਰਿਲੀਜ਼ ਕਰਨ ਵਾਲੇ ਇਹਦਾ ਨਾਂ ਹੀ ਬੜਾ ਪਿਆਰਾ ਯਾਰ, ਜ਼ਿੰਦਗੀ ਹਾਂਜੀ ਜ਼ਿੰਦਾਬਾਦ। ਬਿਲਕੁਲ ਰਾਣਾ ਰਣਬੀਰ ਭਾਜੀ ਦਾ ਡਾਇਲੌਗ, ਸਾਡਾ ਸਾਰਿਆਂ ਦਾ ਡਾਇਲੌਗ ਹੈ ਜ਼ਿੰਦਗੀ ਜ਼ਿੰਦਾਬਾਦ। ਮੇਰੀ ਪ੍ਰੋਫਾਈਲ ਚੈੱਕ ਕਰੋਗੇ, ਮੇਰੀ ਪ੍ਰੋਫਾਈਲ ਦੇ ਉੱਤੇ ਜਿਹੜਾ ਉਹ ਲਿਖਿਆ ਹੁੰਦਾ ਨਾ ਵੀ ਉਹ ਕੀ ਲਾਉਂਦੇ ਹੁੰਦੇ ਸਟੇਟਸ, ਉਹ ਵੀ ਜ਼ਿੰਦਗੀ ਜ਼ਿੰਦਾਬਾਦ ਹੈ ਜੀ। ਜੀ ਉਸ ਤੋਂ ਬਾਅਦ ਮੈਂ ਪ੍ਰੋਜੈਕਟ ਲਿਖਿਆ ਜੀ ਫੱਫੇ ਕੁੱਟਣਾ। ਫੱਫੇ ਕੁੱਟਣੀ ਬਹੁਤ ਸ਼ਬਦ ਵਰਤਿਆ ਜਾਂਦਾ, ਟਿਪਸ ਇਹ ਪ੍ਰੋਜੈਕਟ ਨੂੰ ਕਰ ਰਹੇ ਆ ਜੀ, ਜਿਹਦੀ ਸਕ੍ਰਿਪਟ ਰਾਈਟਿੰਗ ਮੈਂ ਕੀਤੀ ਆ। ਸਟੋਰੀ ਸਕਰੀਨ ਪਲੇ ਸੁਰਮੀਤ ਮਾਵੀ ਬਾਈ ਦਾ, ਅੱਛਾ, ਡਾਇਲੌਗਸ ਉਹਦੇ 'ਚ ਮੇਰੇ ਨੇ, ਤੇ ਉਹ ਵੀ ਬਹੁਤ ਜਲਦੀ ਅਸੀਂ ਫਲੋਰ ਤੇ ਆ ਰਹੇ ਹਾਂ, ਸ਼ੂਟ ਕਰਨੀ ਆ ਉਹ। ਤੇ ਰੀਸੈਂਟਲੀ ਇਹਦੇ ਆਪਣੇ ਕਿਸਾਨ ਅੰਦੋਲਨ ਤੇ ਰਿਲੀਜ਼ ਕੀਤੀ ਤੀਜਾ ਪੰਜਾਬ। ਮੈਂ ਰੋਕਦਾ ਤੁਹਾਨੂੰ, ਕਿਸਾਨ ਅੰਦੋਲਨ ਦਾ ਜਦੋਂ ਜ਼ਿਕਰ ਆਇਆ ਤਾਂ ਇਹ ਜ਼ਿਕਰ ਬੜੇ ਛੋਟੇ ਸ਼ਬਦਾਂ ਦੇ ਵਿੱਚ ਖਤਮ ਨਹੀਂ ਹੋਏਗਾ, ਕਿਉਂਕਿ ਤੁਸੀਂ ਜਦੋਂ ਬਾਹਰ ਬੈਠੇ ਹੋ ਨਾ ਸਾਰੇ ਦਰਸ਼ਕੋ, ਤੁਹਾਨੂੰ ਬਹੁਤ ਬਹੁਤ ਪ੍ਰਣਾਮ, ਤੁਹਾਨੂੰ ਬਹੁਤ ਬਹੁਤ ਨਮਨ, ਕਿਉਂਕਿ ਵਾਹਿਗੁਰੂ ਨੇ ਤੁਹਾਡੇ ਉੱਤੇ ਉਹ ਹੱਥ ਰੱਖਿਆ ਹੋਇਆ ਹੈ ਜਿਸ ਕਰਕੇ ਤੁਸੀਂ ਕਿਸਾਨ ਅੰਦੋਲਨ ਦੀ ਐਸੀ ਸਪੋਰਟ ਕੀਤੀ ਕਿ ਅਸੀਂ ਉਸ ਦੇ ਫਤਿਹ ਵੱਲ ਵਧੇ। ਤੁਸੀਂ ਦੁਆਵਾਂ ਵੀ ਦਿੱਤੀਆਂ, ਅਰਦਾਸਾਂ ਵੀ ਕੀਤੀਆਂ, ਤੇ ਤੁਸੀਂ ਆਰਥਿਕ ਪੱਖੋਂ ਸਾਨੂੰ ਪਿੱਛੇ ਨਹੀਂ ਹਟਣ ਦਿੱਤਾ। ਔਰ ਤੁਸੀਂ ਇਹ ਮਾਰ ਵੀ ਝੱਲੀ ਕਿ ਤੁਸੀਂ ਵਿਦੇਸ਼ਾਂ ਤੋਂ ਮਹਿੰਗੀਆਂ ਟਿਕਟਾਂ ਕਰਾ ਕੇ ਦਿੱਲੀ ਦੇ 에ਅਰਪੋਰਟ ਤੇ ਤਾਂ ਉਤਰ ਗਏ, ਪਰ ਭਾਰਤ ਸਰਕਾਰ ਨੇ ਤੁਹਾਨੂੰ ਦਿੱਲੀ 에ਅਰਪੋਰਟ ਤੋਂ ਹੀ ਵਾਪਸ ਭੇਜਿਆ ਕਿ ਤੁਸੀਂ ਕਿਸਾਨ ਅੰਦੋਲਨ ਦੇ ਵਿੱਚ ਸ਼ਮੂਲੀਅਤ ਨਾ ਕਰ ਲਓ। ਸੋ ਕਿਸਾਨ ਅੰਦੋਲਨ ਦੀ ਗੱਲ ਆਏਗੀ ਤਾਂ ਐਡੀ ਜਲਦੀ ਅਸੀਂ ਉਸ ਨੂੰ ਬਾਈਂਡ ਅਪ ਜਾਂ ਛੋਟੇ ਰੂਪ ਦੇ ਵਿੱਚ ਖਤਮ ਨਹੀਂ ਕਰ ਸਕਦੇ। ਇੱਕ ਬ੍ਰੇਕ ਦੇ ਬਾਅਦ ਸਹਿਤ ਦੀ ਤੰਦ ਫਿਰ ਪਾਵਾਂਗੇ ਸੁਖੀ ਢਿੱਲੋਂ ਨਾਲ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਪ੍ਰੋਗਰਾਮ ਸਾਹਿਤਕ ਤੰਦਾਂ ਵਿੱਚ ਬ੍ਰੇਕ ਦੇ ਇਸ ਪਾਰ ਤੁਹਾਡਾ ਸਵਾਗਤ ਹੈ। ਸਹਿਤ ਦੀ ਤੰਦ ਸੁਖੀ ਢਿੱਲੋਂ ਹੋਰਾਂ ਨਾਲ ਪਾਈ ਹੋਈ ਹੈ। ਸੁਖੀ ਭਾਜੀ, ਕਿਸਾਨ ਅੰਦੋਲਨ ਦਾ ਜ਼ਿਕਰ ਆਇਆ ਸੀ ਬ੍ਰੇਕ ਤੋਂ ਪਹਿਲਾਂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਫਿਲਮਾਂ ਦੇ ਭਾਈਚਾਰਿਆਂ ਦੇ ਵਿੱਚੋਂ ਜਾਂ ਕਲਾਕਾਰ ਭਾਈਚਾਰਿਆਂ ਦੇ ਵਿੱਚੋਂ ਤੁਸੀਂ ਵੀ ਉਹਨਾਂ ਪਹਿਲੀਆਂ ਦੇ ਵਿੱਚ ਸੀਗੇ ਕਿ ਜਿਨ੍ਹਾਂ ਨੇ ਡਟ ਕੇ ਤੇ ਖੁੱਲ੍ਹ ਕੇ ਹਮਾਇਤ ਕੀਤੀ ਸੀ। ਕਿਵੇਂ ਰਿਹਾ ਕਿਸਾਨ ਅੰਦੋਲਨ ਦਾ ਸਾਰਾ ਤਜਰਬਾ, ਤੇ ਉਸਨੇ ਜ਼ਿੰਦਗੀ ਦੇ ਉੱਤੇ ਕੀ ਅਸਰ ਪਾਇਆ, ਸੋਚ ਔਰ ਥਾਟ ਦੇ ਉੱਤੇ ਕੀ ਅਸਰ ਪਾਇਆ? ਬਿਲਕੁਲ ਜੀ, ਪਹਿਲੀ ਗੱਲ ਤਾਂ ਸਭ ਤੋਂ ਵੱਡੀ ਗੱਲ ਇਹ ਸੀ ਕਿ ਅਸੀਂ ਬਹੁਤ ਸਾਲਾਂ ਤੋਂ ਹੀ ਸਰਕਾਰਾਂ ਤੋਂ ਕੁਛ ਨਾ ਕੁਛ ਚੱਲਦੇ ਜਾ ਰਹੇ ਹਾਂ, ਬਰੀਕ ਬਰੀਕ ਸਾਨੂੰ ਪੀਸਿਆ ਜਾ ਰਿਹਾ ਹੈ, ਪਰ ਇਹ ਬਹੁਤ ਵੱਡੀ ਸੱਟ ਸੀ। ਬੇਸਿਕਲੀ ਪੰਜਾਬ ਦੇ ਵਿੱਚ ਜ਼ਿਮੀਂਦਾਰਾਂ ਇਕੱਲਾ ਕੋਈ ਇਨਕਮ ਦਾ ਸੋਰਸ ਨਹੀਂ ਹੈ, ਹੈ। ਪੰਜਾਬ ਦੇ ਵਿੱਚ ਜ਼ਿਮੀਂਦਾਰ ਇੱਕ ਆਕੜ ਹੈ, ਮਤਲਬ ਧੌਣ ਦਾ ਕਿੱਲਾ ਜਿਹਦੇ ਸਿਰ ਤੇ ਅਸੀਂ ਜੀ ਰਹੇ ਹਾਂ। ਤੁਸੀਂ ਇੱਕ ਚੀਜ਼ ਦੇਖੋ ਵੀ ਪੰਜਾਬ ਦੇ ਵਿੱਚ ਇਕੱਲੇ ਪੰਜਾਬ 'ਚ ਰਿਵਾਜ ਹੈ, ਮੈਨੂੰ ਲੱਗਦਾ ਦੁਨੀਆ 'ਚ ਕਿਤੇ ਰਿਵਾਜ ਹੋਊਗਾ ਵੀ ਵਿਆਹ ਲਈ ਬੰਦਾ ਹਫਤੇ ਕਿਸੇ ਦੇ ਘਰੇ ਜਾ ਕੇ ਬਹਿ ਜਾਂਦਾ। ਹੁਣ ਘਟਦਾ ਜਾ ਰਿਹਾ ਉਹ, ਪਰ ਪਹਿਲਾਂ ਸੀਗਾ ਉਹ ਸਿਰਫ ਇਸੇ ਕਰਕੇ ਸੀਗਾ ਕਿਉਂਕਿ ਜ਼ਿਮੀਂਦਾਰ ਅਸਲ ਦੇ ਵਿੱਚ ਇੱਕ ਰਿਲੈਕਸੇਸ਼ਨ ਕਿੱਤਾ ਸੀਗਾ ਵੀ ਬੰਦਾ ਕਣਕ ਬੀਜ ਕੇ ਥੋੜਾ ਜਿਹਾ ਰਿਲੈਕਸ ਹੁੰਦਾ ਸੀ। ਬੰਦੇ ਕਹਿੰਦੇ ਹੁਣ ਇਹਨਾਂ ਦਿਨਾਂ 'ਚ ਵਿਆਹ ਰੱਖ ਲਓ, ਵੈਰੀ ਗੁੱਡ, ਪਿੱਛੋਂ ਕੋਈ ਕਣਕਾਂ ਨੂੰ ਪਾਣੀ ਵੀ ਲਾ ਦਿੰਦਾ ਸੀਗਾ, ਉੱਥੋਂ ਆ ਕੇ ਬੰਦਾ ਕੋਈ ਵੀ ਕਿਸੇ ਦੇ ਖੇਤੋਂ ਪੱਠੇ ਵੱਢ ਕੇ 4 ਦਿਨ ਕਿਸੇ ਦੀ ਸਾਂਭ ਸੰਭਾਈ ਕਰ ਦਿੰਦਾ ਸੀਗਾ। ਹੁਣ ਤੁਸੀਂ ਇਹ ਦੱਸੋ ਜਿਹੜਾ ਬੰਦਾ HDFC ਬੈਂਕ 'ਚ ਮੈਨੇਜਰ ਲੱਗਿਆ ਹੋਇਆ ਉਹਦੀ ਥਾਂ ਤੇ ਆ ਕੇ ਕੋਈ ਬੰਦਾ ਕਿਵੇਂ ਹਫਤਾ ਕੰਮ ਸੰਭਾਲ ਦੂਗਾ? ਨਹੀਂ ਸੰਭਾਲ ਹੈ। ਉਹ ਜ਼ਿਮੀਂਦਾਰ ਹੀ ਇੱਕ ਕੀਤਾ ਇਹੋ ਜਿਹਾ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ੀ ਹੋਈ ਖੇਤੀ ਹੋਇਆ ਸਾਨੂੰ, ਹਨਾ। ਸਾਡੇ ਉੱਥੇ ਸੱਟ ਵੱਜੀ ਤਾਂ ਫਿਰ ਏਕਾ ਬਣਦਾ ਸੀ, ਤੇ ਉਹ ਏਕਾ ਐਸਾ ਬਣਿਆ ਵੀ ਉਹਨੇ ਦੁਨੀਆ ਭਰ 'ਚ ਇੱਕ ਰਿਕਾਰਡ ਕਾਇਮ ਕੀਤਾ, ਇੱਕ ਐਡਾ ਵੱਡਾ ਅੰਦੋਲਨ ਕਿ ਲੋਕ ਇੰਨਾ ਲੰਮਾ ਸਮਾਂ ਟਿਕ ਕੇ ਬੈਠੇ ਰਹੇ। ਬਹੁਤ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਰਕਾਰ ਨੇ, ਬਥੇਰਾ ਕੁਛ ਹੋਇਆ, ਕਿੰਨੇ ਡਰਾਮੇ ਰਚੇ, ਪਰ ਨਹੀਂ। ਪਰ ਮਤਲਬ ਮੈਂ ਦੇਖਿਆ ਕਿ ਕਲਾਕਾਰਾਂ ਦਾ ਭਾਈਚਾਰਾ ਸੀਗਾ ਇਹਦੇ 'ਚ, ਉਹਨੇ ਸਭ ਤੋਂ ਵੱਡਾ ਰੋਲ ਪਲੇ ਕੀਤਾ। ਬਿਲਕੁਲ, ਮੈਂ ਸਹਿਮਤ ਹਾਂ। ਬਹੁਤ ਦੂਰ ਤੱਕ ਉਹ ਆਵਾਜ਼ ਗਈ, ਬਹੁਤ ਨਾਮ ਨੇ, ਕਿਹਦਾ ਨਾਮ ਲਈਏ, ਕਿ ਦਲਜੀਤ ਭਾਜੀ, ਰਣਜੀਤ ਬਾਵਾ, ਕੰਵਰ ਯਾਰ, ਕੰਵਰ ਬਿਲਕੁਲ ਜ਼ਮੀਨ ਤੇ ਹੀ ਰਿਹਾ ਉਦੋਂ। ਰਣਜੀਤ ਬਾਵੇ ਹੋਰੀ ਜ਼ਮੀਨ, ਹਾਂਜੀ ਬਿਲਕੁਲ। ਬੱਬੂ ਭਾਜੀ, ਬੱਬੂ ਮਾਨ, ਹਾਂਜੀ ਬਿਲਕੁਲ। ਅਮਰਿੰਦਰ ਭਾਜੀ ਨੇ ਸਾਵਨ ਤੋਂ ਆਪਣੇ ਸਾਰਾ ਮਿਊਜ਼ਿਕ ਹੀ ਉਡਾਤਾ। ਕਿੱਡੀ ਵੱਡੀ ਗੱਲ ਸੀ ਯਾਰ, ਹਨਾ। ਸੈਕਰੀਫਾਈਸ, ਬਿਲਕੁਲ ਜੀ, ਸੈਕਰੀਫਾਈਸ ਨਹੀਂ ਕਹਿ ਸਕਦੇ, ਅਸਲ 'ਚ ਗੁੱਸਾ ਸੀਗਾ ਸਰਕਾਰ ਨਾਲ। ਕੋਈ ਗੱਲ ਨਹੀਂ ਯਾਰ, ਅਸੀਂ ਥੋੜਾ ਬਹੁਤ ਆਪਦਾ ਘਾਟਾ ਬਰਦਾਸ਼ਤ ਕਰ ਲਾਂਗੇ, ਪਰ ਅਸੀਂ ਤੁਹਾਡੇ ਅੱਗੇ ਨਹੀਂ ਝੁਕਦੇ, ਗੱਲ ਖਤਮ। ਅਸੀਂ ਮੰਗ ਕੇ ਨਹੀਂ ਖਾਣੀ, ਅਸੀਂ ਹਾਦੀ ਹੱਕ ਦੀ ਖਾਵਾਂਗੇ। ਤੇ ਉਦੋਂ ਜੁੜੇ ਰਹੇ ਜੀ ਅੰਬਰ ਭਾਜੀ ਤੇ ਮੈਂ, ਦੋਨੇ ਇਕੱਠੇ ਹੀ ਸੀਗੇ ਜੀ। ਮੈਂ ਬਾਈ ਨਾਲ ਬਹੁਤ ਵਿਜ਼ਿਟ ਸਾਡਾ ਹੀ ਹੁੰਦਾ ਸੀ ਵੀ ਅੱਜ ਆਏ ਆ, ਪਰਸੋਂ ਫੇਰ ਧਰਨੇ। ਅੰਬਰਦੀਪ ਪੰਜਾਬੀ ਫਿਲਮਾਂ ਦੇ ਰੀਨੋਨ ਡਾਇਰੈਕਟਰ, ਅੱਜ ਕੱਲ ਰਾਈਟਰ ਵੀ ਨੇ, ਔਰ ਬਾਕਮਾਲ ਅੱਜ ਕੱਲ ਖੂਬਸੂਰਤ ਅਦਾਕਾਰੀ ਵੀ ਕਰ ਰਹੇ ਆ ਅੰਬਰਦੀਪ ਬਾਈ ਜੀ। ਤੇ ਉਸ ਦੌਰਾਨ ਬਹੁਤ ਅਸੀਂ ਜਾਂਦੇ ਰਹੇ, ਰੋਜ਼ ਹੀ ਅਸੀਂ ਇਮੋਸ਼ਨਲ ਹੋ ਕੇ ਵੱਧ ਚੜ੍ਹ ਕੇ ਪੋਸਟਾਂ ਪਾਉਣੀਆਂ, ਕਦੇ ਕੁਛ 26 ਜਨਵਰੀ ਨੂੰ ਜੋ ਵੀ ਕੁਝ ਹੋਇਆ। ਉਸ ਤੋਂ ਬਾਅਦ ਵੀ ਅਸੀਂ ਸਪੈਸ਼ਲੀ ਮਤਲਬ 26 ਜਨਵਰੀ ਨੂੰ ਅਸੀਂ ਉੱਥੇ ਸੀਗੇ ਜੀ, ਤੇ ਅਸੀਂ ਵਾਪਸ ਆਉਨੇ ਆ, ਅਗਲੇ ਦਿਨ ਇੰਟਰਨੈਟ ਬੰਦ ਹੋ ਜਾਂਦਾ, ਅਸੀਂ ਫੇਰ ਵਾਪਸ ਜਾਂਦੇ ਆ, ਸਿਰਫ ਇਹ ਦੇਖਣ ਕਿ ਕੀ ਸਭ ਕੁਝ ਠੀਕ ਹੈ। ਹਾਂ, ਕਿਉਂਕਿ ਸੂਚਨਾਵਾਂ ਇੰਟਰਨੈਟ ਬਿਲਕੁਲ ਸਾਨੂੰ ਕੁਝ ਨਹੀਂ ਮਿਲ ਰਿਹਾ ਸੀਗਾ। ਤਾਂ ਮਤਲਬ ਮੇਰੀ ਹਜੇ ਵੀ ਸੋਸ਼ਲ ਮੀਡੀਆ ਤੇ ਮੇਰੀ ਫੇਸਬੁੱਕ ਤੇ ਉਹ ਵੀਡੀਓ ਪਈ ਹੈ, ਮੈਂ ਕਦੇ ਡਿਲੀਟ ਨਹੀਂ ਕੀਤੀ ਵੀ ਮੈਂ ਜਾ ਕੇ ਉੱਥੋਂ ਵੀਡੀਓ ਬਣਾਈ ਤੇ ਅਸੀਂ ਵੇਟ ਕਰ ਰਹੇ ਹਾਂ ਵੀ ਹੁਣ ਵੀ ਨੈਟਵਰਕ ਆਇਆ, ਕਰਦੇ ਕਰਾਉਂਦੇ ਅਸੀਂ ਅੰਬਾਲਾ ਕ੍ਰੋਸ ਕੀਤਾ ਤੇ ਨੈਟਵਰਕ ਆਇਆ, ਰੁਕ ਕੇ ਮੈਂ ਤੇ ਅੰਬਰ ਬਾਈ ਨੇ ਪੋਸਟ ਪਾਈ ਵੀ ਸਭ ਕੁਝ ਇੱਥੇ ਸਹੀ ਚੱਲ ਰਿਹਾ।
ਦੁਨੀਆ ਉਸੇ ਤਰ੍ਹਾਂ ਹੀ ਬੈਠੀ ਹੈ, ਇੱਥੇ ਕੁਝ ਵੀ ਖਰਾਬ ਨਹੀਂ ਹੋਇਆਗਾ, ਹੌਸਲਾ ਨਾ ਹਾਰੋ ਤੇ ਫੇਰ ਦੁਬਾਰਾ ਚੜ੍ਹਦੀ ਕਲਾ। ਹਾਂਜੀ, ਚੜ੍ਹਦੀ ਕਲਾ ਜੀ, ਬਿਲਕੁਲ। ਕਿਸਾਨ ਅੰਦੋਲਨ ਤੇ ਕੁਝ ਲਿਖਿਆ ਵੀ ਹੈ ਤੁਸੀਂ ਮੇਰੇ ਖਿਆਲ 'ਚ ਉਹਨਾਂ ਦਿਨਾਂ ਦੇ ਵਿੱਚ। ਮੈਂ ਚਾਹੁੰਦਾ ਕਿ ਆਪਾਂ ਦਰਸ਼ਕਾਂ ਨਾਲ ਉਹ ਵੀ ਸਾਂਝ ਪਾਈਏ। ਫਿਲਮਾਂ ਦੀ ਤਾਂ ਸਾਂਝ ਹੈਗੀ ਆ, ਫਿਲਮ ਸੰਵਾਦ ਡਾਇਲੌਗ ਤਾਂ ਹੈਗੇ ਆ। ਵੈਸੇ ਤਾਂ ਹਰ ਰੋਜ਼ ਹੀ ਕੁਝ ਨਾ ਕੁਝ ਲਿਖ ਹੀ ਰਹੇ ਸੀਗੇ। ਗੁੱਸਾ ਸੀਗਾ, ਅਸੀਂ ਸਰਕਾਰ ਦੇ ਖਿਲਾਫ ਲਿਖ ਰਹੇ ਸੀਗੇ, ਬਹੁਤ ਸਾਰੀਆਂ ਚੀਜ਼ਾਂ। ਬਹੁਤ ਸਾਰੇ ਮੁੰਬਈ ਦੇ ਕਲਾਕਾਰ, ਹਾਲੀਵੁੱਡ ਦੇ ਵੀ ਸਾਡਾ ਸਾਥ ਨਹੀਂ ਦੇ ਰਹੇ ਸੀ, ਸਾਨੂੰ ਗਲਤ ਠਹਿਰਾਇਆ ਜਾ ਰਿਹਾ ਸੀ। ਮੈਂ ਚਲੋ ਥੋੜੀ ਉਹ ਸਹਿਤਕਾਰੀ ਦੀ ਸਾਂਝ ਤੋਂ ਪਹਿਲਾਂ ਆਉਣਾ, ਹਾਲੀਵੁੱਡ ਨੇ ਕੀ ਸੋਚ, ਮੈਨੂੰ ਮਾਫ ਕਰਨਾ, ਬਾਲੀਵੁੱਡ ਨੇ ਕੀ ਸੋਚਿਆ? ਬਾਲੀਵੁੱਡ ਦੇ ਵਿੱਚ ਕਿਸੇ ਵਕਤ ਇਹ ਸੀਗਾ ਕਿ 90% ਪੰਜਾਬੀ ਸੀਗੇ, ਜਿਨ੍ਹਾਂ ਦਾ ਪਿਛੋਕੜ ਪੰਜਾਬੀ ਸੀਗਾ ਜੀ। ਕਪੂਰ ਖਾਨਦਾਨ ਨੂੰ ਲੈ ਲਈਏ, ਭੱਟ ਖਾਨਦਾਨ ਨੂੰ ਲੈ ਲਈਏ, ਅਜੇ ਦੇਵਗਨ ਹੋਰਾਂ ਦਾ ਪਰਿਵਾਰ, ਦਿਓਲ ਫੈਮਲੀਜ਼, ਹੋਰ ਬੜੇ ਸਾਰੇ, ਕਈ ਸਾਰੇ ਟੈਕਨੀਸ਼ੀਅਨ, ਕਈ ਸਾਰੇ ਰਾਈਟਰ, ਰਜਿੰਦਰ ਵੇਦੀ ਵਰਗੇ ਵੱਡੇ ਰਾਈਟਰ, ਵੱਡੇ ਨਾਮ। ਅਕਸ਼ੇ ਕੁਮਾਰ ਦਾ ਪਿਛੋਕੜ ਪੰਜਾਬੀ ਹੈ ਬੇਸਿਕਲੀ, ਚਲੇ ਦਿੱਲੀ ਦੇ ਨੇ ਉਹ। ਰਵੀਨਾ ਟੰਡਨ ਹੋਰਾਂ ਦਾ ਪਿਛੋਕੜ ਪੰਜਾਬੀ ਦਾ ਹੈ, ਹੋਰ ਬੜਾ ਕੁਝ ਹੈਗਾ। ਬਾਲੀਵੁੱਡ ਨੇ ਕੀ ਸੋਚਿਆ ਕਿ ਬਾਲੀਵੁੱਡ ਦੇ ਵਿੱਚੋਂ ਕਿਸੇ ਨੇ ਇੱਕ ਵੀ ਹਾਂ ਦਾ ਨਾਰਾ ਨਹੀਂ ਮਾਰਿਆ? ਮੇਰੇ ਖਿਆਲ 'ਚ ਹੋ ਸਕਦਾ ਕਿ ਸ਼ਾਇਦ ਓਮਪੁਰੀ ਸਾਹਿਬ ਜਿਉਂਦੇ ਹੁੰਦੇ ਤਾਂ ਉਹ ਦਿੱਲੀ ਦੀ ਸਟੇਜ ਤੇ ਵਿਜ਼ਿਟ ਕਰਦੇ। ਬਿਲਕੁਲ। ਨਸੀਰ ਸਾਹਿਬ ਨੇ ਜ਼ਰੂਰ ਆਵਾਜ਼ ਉਠਾਈ ਸੀ। ਨਸੀਰ ਸਾਹਿਬ ਤੋਂ ਇਲਾਵਾ ਕੁਝ ਇੱਕ ਜ਼ਹੀਨ ਲੋਕ ਹੋਰ ਸੀਗੇ ਜਿਨ੍ਹਾਂ ਨੇ ਆਵਾਜ਼ ਉਠਾਈ ਸੀ। ਮੇਰੇ ਨਾਮ ਨਹੀਂ ਹੁਣ, ਜਾਵੇਦ ਜਾਫਰੀ, ਸ਼ਾਇਦ ਜੀ, ਜਾਵੇਦ ਜਾਫਰੀ ਨੇ ਵੀ ਆਵਾਜ਼ ਉਠਾਈ ਸੀ, ਕੁਝ ਇੱਕ ਹੋਰ ਲੋਕ। ਪਰ ਬਾਲੀਵੁੱਡ ਦਾ ਬਹੁਤ ਗਿਣਤੀ ਭਾਈਚਾਰਾ ਸੁੱਖੀ ਢਿੱਲੋਂ ਦੀ ਨਜ਼ਰ ਦੇ ਵਿੱਚ ਕੀ ਹੋ ਗਿਆ ਸੀ ਉਹਨਾਂ ਨੂੰ, ਜਾਂ ਕੀ ਹੋਇਆ ਉਹਨਾਂ ਨੂੰ, ਤੇ ਉਹ ਇਸ ਵੱਡੀ ਮੂਵਮੈਂਟ, ਜਿਸ ਮੂਵਮੈਂਟ ਦੇ ਉੱਤੇ ਦੁਨੀਆ ਦੀ ਨਜ਼ਰ ਔਰ ਦੁਨੀਆ ਦੇ ਵੱਡੇ ਲੋਕ ਜਿਸ ਮੂਵਮੈਂਟ ਨੂੰ ਸਪੋਰਟ ਕਰ ਰਹੇ ਸੀ, ਬਹੁਤ ਵੱਡੇ ਨਾਮ। ਮੈਂ ਜ਼ਿਆਦਾ ਤਾਂ ਕਿਸੇ ਬਾਰੇ ਕੁਝ ਨਹੀਂ ਕਹਿ ਸਕਦਾ, ਪਰ ਮੈਨੂੰ ਲੱਗਦਾ ਹੈ ਕਿ ਅਸਲ 'ਚ ਨਾ ਹੁਣ ਦਿਲ ਕਮਰਸ਼ੀਅਲ ਹੋ ਗਏ, ਸ਼ਾਇਦ ਇਸੇ ਕਰਕੇ ਨਹੀਂ ਉਹ ਕੁਝ ਬੋਲ ਪਾਏ। ਸੱਚਮੁੱਚ ਦੀ ਮਸ਼ੀਨ ਬਣ ਗਏ ਜੀ, ਬਿਲਕੁਲ। ਦਿਲ ਹੀ ਕਮਰਸ਼ੀਅਲ ਹੋ ਗਏ ਨੇ। ਸ਼ਾਇਦ ਲੋਕਾਂ ਨੂੰ ਲੱਗਦਾ ਹੈਗਾ ਕਿ ਵੀ ਜੇ ਚੁੱਪ ਰਹੇ ਸਰਦਾ ਤਾਂ ਵਧੀਆ, ਕੀ ਲੋੜ ਹੈ, ਹੈ ਨਾ। ਤੇ ਦੂਜੀ ਗੱਲ ਇਹ ਹੈ ਵੀ ਕਈਆਂ ਨੂੰ ਚੁੱਪੀ ਰੋਟੀ ਦੇ ਰਹੀ ਹੈ, ਹੈ ਨਾ। ਜੇ ਤੁਹਾਡਾ ਤੋਰੀ ਫੁਲਕਾ ਚੱਲ ਰਿਹਾ ਚੁੱਪ ਰਹਿ ਕੇ, ਤਾਂ ਫਿਰ ਕੀ ਲੋੜ ਆ ਬੋਲਣ ਦੀ? ਜੀਵ ਨੂੰ ਇਹ ਜੰਗਾਲ ਲੱਗਦੀ ਨਹੀਂ ਹੁੰਦੀ, ਪਰ ਅੱਜ ਕੱਲ੍ਹ ਲੱਗਣ ਲੱਗ ਗਈ। ਪਰ ਜੇ ਉਸ ਚੁੱਪ ਕਰਕੇ ਕਿਸੇ ਦਾ, ਉਹ ਕਹਿੰਦੇ ਆ ਨਾ ਕਿ ਬੋਲਣ ਨਾਲੋਂ ਚੁੱਪ ਚੰਗੇਰੀ, ਚੁੱਪ ਦੇ ਨਾਲੋਂ ਪਰਦਾ। ਜੇ ਮਨਸੂਰ ਨਾ ਬੋਲਦਾ ਤੇ ਸੂਲੀ ਕਾਹਨੂੰ ਚੜਦਾ? ਪਰ ਮਨਸੂਰ ਨੇ ਸੂਲੀ ਚੜਨਾ ਮਨਜ਼ੂਰ ਕਰ ਲਿਆ, ਚੁੱਪ ਤੋੜੀ, ਪਰ ਬੋਲਿਆ, ਉਹ ਖਿਲਾਫਤ ਕੀਤੀ, ਉਹਨੇ ਸੱਚਾਈ ਦਾ ਸਾਥ ਦਿੱਤਾ। ਤੇ ਇਹਨਾਂ ਦੀ ਚੁੱਪ ਬਾਈ, ਇਹਨਾਂ ਦੀ ਚੁੱਪ ਤਾਂ ਕਿੰਨੇ ਲੋਕਾਂ ਦੇ ਪਰਿਵਾਰਾਂ ਨੂੰ ਖਾ ਜਾਂਦੀ। ਕੋਈ ਨਾ ਜੀ, ਕੁਦਰਤ ਬਹੁਤ ਬਲਵਾਨ ਹੈ, ਹੌਲੀ ਹੌਲੀ ਉਹ ਸਭ ਦੀ ਪ੍ਰੀਖਿਆ ਲੈਂਦੀ ਹੈ ਨਾ। ਕਦੇ ਨਾ ਕਦੇ ਆਪਣੇ ਆਪ ਹੀ ਰਿਅਲਾਈਜ਼ ਹੋ ਜਾਂਦਾ ਹੁੰਦਾ ਇਨਸਾਨ ਨੂੰ, ਸਾਰੀ ਚੀਜ਼ਾਂ ਮੂਹਰੇ ਆ ਕੇ ਖੜ ਜਾਂਦੀਆਂ ਨੇ। ਕਹਿੰਦੇ ਨਹੀਂ ਕਿ ਨਾਈਆ ਵਾਲ ਕਿੱਡੇ ਕਿੱਡੇ, ਕਹਿੰਦਾ ਥੋੜੀ ਦੇਰ ਖੜ ਜਾ, ਸਾਹਮਣੇ ਆ ਜਾਣੇ, ਹੈ ਨਾ। ਸੋ ਮਤਲਬ ਤੁਹਾਡੀ ਚੁੱਪ ਕਿਸੇ ਨਾ ਕਿਸੇ ਦਿਨ ਤੁਹਾਡੇ ਅੱਗੇ ਆ ਖੜੂਗੀ। ਫਿਰ ਦੇਖਦੇ ਹਾਂ ਉਹਦੇ ਨਾਲ ਕੀ ਸਵਾਲ ਕਰਦੇ। ਕਿਸਾਨ ਅੰਦੋਲਨ ਤੇ ਆਓ ਆਪਾਂ ਗੱਲ ਕਰੀਏ। ਜੀ ਬਿਲਕੁਲ। ਕਿਸਾਨ ਅੰਦੋਲਨ ਦੇ ਵੈਸੇ ਤਾਂ ਨੀਤੀ ਕੁਛ ਨਾ ਕੁਛ ਵੱਧ ਚੜ੍ਹ ਕੇ ਲਿਖ ਹੀ ਰਹੇ ਸੀ। ਅੰਬਰ ਬਾਈ ਵੀ ਬਹੁਤ ਪੋਸਟ ਪਾਉਂਦੇ ਸੀਗੇ, ਮੈਂ ਵੀ। ਤੇ ਪਰ ਉਹ ਵਿੱਚ ਜੇ ਬਹੁਤ ਇੱਕ ਟ੍ਰੈਂਡ ਚੱਲਿਆ ਸੀਗਾ ਕਿ ਰਿਹਾਨਾ ਨੇ ਪੋਸਟ ਪਾਤੀ ਸੀਗੀ ਕਿਸਾਨ ਅੰਦੋਲਨ ਦੀ ਫੇਵਰ 'ਚ ਨਾ, ਜੋ ਕਿ ਆਪਣੇ ਪੰਜਾਬੀ ਨੇ ਬਹੁਤ ਧੂਮ ਧੜੱਕੇ ਨਾਲ ਚੱਕੀ ਵੀ ਹਾਂ ਇਹ ਰਿਹਾਨਾ ਨੇ ਸਾਡਾ ਸਾਥ ਦਿੱਤਾ। ਤਾਂ ਜਿਹੜਾ ਕਿ ਇਹ ਬਕਾਊ ਮੀਡੀਆ ਉਹਨੇ ਉਸ ਟਾਈਮ ਤੇ ਰਿਹਾਨਾ ਦਾ ਖਾਲਿਸਤਾਨੀ ਕਨੈਕਸ਼ਨ ਕਹਿ ਕੇ ਨਾ ਬਹੁਤ ਭੰਡਿਆ ਪ੍ਰਚਾਰਿਆ। ਕਿਸਾਨ ਅੰਦੋਲਨ ਦੇ ਖਿਲਾਫ ਵੀ ਚੱਲ ਰਹੇ ਸੀ ਤੇ ਰਿਹਾਨਾ ਦੇ ਖਿਲਾਫ ਵੀ। ਹਾਲਾਂਕਿ ਰਿਹਾਨਾ ਨੂੰ ਕੋਈ ਫਰਕ ਨਹੀਂ ਪੈ ਰਿਹਾ ਸੀਗਾ, ਉਹ ਕਦੇ ਨਹੀਂ ਪੰਜਾਬੀ ਖਬਰਾਂ ਦੇਖਦੀ ਕਿ ਉੱਥੇ ਕੀ ਹੋ ਰਿਹਾ, ਉਹਨੂੰ ਨਹੀਂ ਪਤਾ ਕਿ ਇੰਡੀਆ 'ਚ ਕਿਹੜੀ ਨਿਊਜ਼ ਚੱਲ ਰਹੀ ਹੈ ਨਾ। ਤਾਂ ਉਸ ਟਾਈਪ ਤੇ ਇੱਕ ਪੋਸਟ ਸੀਗੀ, ਉਹਨਾਂ ਨੇ ਜਿਵੇਂ ਲਿਖਿਆ ਕਿ ਰਿਹਾਨਾ ਦੇ ਖਾਲਿਸਤਾਨੀ ਕਨੈਕਸ਼ਨ ਹੈ, ਉਹ ਗੁੱਸੇ 'ਚ ਉਹਨਾਂ ਨੂੰ ਜਵਾਬ ਦਿੱਤਾ ਸੀਗਾ। ਮੈਂ ਕਿਹਾ ਆਹੋ, ਰਿਹਾਨਾ ਦੇ ਨਾਨਕੇ ਗਿੱਦੜਵਾਹੇ ਨੇ ਤੇ ਦਾਦਕੇ ਤਰਨਤਾਰਨ ਤੋਂ ਨੇ। ਆਜ਼ਾਦੀ ਲੜਾਈ ਵੇਲੇ ਦੋਵੇਂ ਟੱਬਰ ਬਿਨਾਂ ਆਧਾਰ ਕਾਰਡ ਦੇ ਵਿਜ਼ਟਰ ਵੀਜ਼ੇ ਤੇ ਗੰਗਾਨਗਰ ਹੁੰਦੇ ਹੋਏ ਅਮਰੀਕਾ ਗਏ ਸੀ ਤੇ ਮੁੜ ਕੇ ਕਦੇ ਪੁੱਠੇ ਨਹੀਂ ਆਏ। ਰਿਹਾਨਾ ਸਰੋਂ ਦਾ ਸਾਗ ਖਾਂਦੀ ਹੈ, ਵਾਵਾ ਸਾਰਾ ਬਾਥੂ ਪਾ ਕੇ। ਉਹਦੇ ਘਰੇ ਦੇਸੀ ਨਸਲ ਦੀ ਇੱਕ ਗਾਂ ਹੈ ਤੇ ਪੱਠੇ ਜਿਹੜੇ ਉਹ ਡੱਬਲੀ ਵਾਲੇ ਰੁਲਦੂਗੀ ਟਾਲ ਤੋਂ ਜਾਂਦੇ ਆ। ਕਸੀਆ ਤੇ ਕਹੀ ਉਹ ਪਿਛਲੇ ਸਾਲ ਮੁੱਦਗੀ ਤੋਂ ਬਣਵਾ ਕੇ ਲੈ ਕੇ ਗਈ ਸੀ। ਵੱਡੀ ਗੱਲ, ਮੈਂ ਕਿਹਾ ਉਹਦੇ ਖੇਤਾਂ 'ਚ ਪਾਣੀ ਵੀ SYL ਨਹਿਰ ਦਾ ਲੱਗਦਾ। ਮੈਂ ਕਿਹਾ ਕਿੰਨੇ ਸਾਲ ਹੋ ਗਏ ਬਿਨਾਂ ਯੂਰੀਆ ਵਾਲੀ ਕਣਕ ਜਗਾਰਾਮ ਤੀਰਥ ਵਾਲੇ ਬਰਾਲਾ ਵੱਲੋਂ ਭੇਜੀ ਜਾਂਦੀ ਰਹੀ ਹੈ। ਹਰਿਆਣਾ ਦੇ ਭਾਪੇ ਦਾ ਕੁੜਤਾ ਚਾਦਰਾ ਤਾਂ ਹੁਣ ਵੀ ਅਬੋਹਰ ਤੋਂ ਸਿਉਂ ਕੇ ਜਾਂਦਾ ਹੈਗਾ। ਉਹਦੀ ਬੇਬੇ ਦੀ ਕੱਢਵੀਂ ਜੁੱਤੀ ਮੁਕਤਸਰੋਂ ਬਣ ਕੇ ਜਾਂਦੀ ਹੈ, ਜਿਹਨੂੰ ਪਾ ਕੇ ਅਗਲੀ ਬੀਚ ਤੇ ਤੁਰੀ ਫਿਰਦੀ, ਉਹਨੂੰ ਜਰਕ ਜਰਕ ਕਰਦੀ। ਮੈਂ ਕਿਹਾ ਹਰਿਆਣਾ ਦੇ ਮੰਜੇ ਵੀ ਲੱਕੜ ਦੇ ਨੇ ਤੇ ਲੱਕੜ 2 ਨੰਬਰ 'ਚ ਸਾਡੇ ਕਾਕੇ ਕੌਤਕੀ ਦੇ ਖੇਤੋਂ ਵੱਢ ਕੇ ਭੇਜੀ ਸੀ। ਹੋਰ ਤਾਂ ਹੋਰ, ਮੈਂ ਕਿਹਾ ਹਰਿਆਣਾ ਦੇ ਅਸਲੇ ਲਾਇਸੈਂਸ ਵੀ ਬੁਲਾਡੇ ਦਾ ਬਣਿਆ ਹੋਇਆ। ਮੈਂ ਜਾਓ ਜਾ ਕੇ ਕੱਟ ਆਓ ਆਪਦੀ ਭੂਆ ਦਾ ਚਲਾਨ। ਦੁਰ ਫਿੜੇ ਮੂੰਹ ਇਹੋ ਜਿਹੇ ਜਰਨਲਿਜ਼ਮ ਦੇ ਕਨੈਕਸ਼ਨ ਤਾਂ ਐਂ ਲਿਖਦੇ ਨੇ ਜਿਵੇਂ ਭਾਰਤੀ ਗੈਸ ਏਜੰਸੀ ਦੇ ਬਾਹਰ ਲਿਖਿਆ ਹੁੰਦਾ ਵੀ ਇੱਥੇ ਕਨੈਕਸ਼ਨ ਮਿਲਦੇ ਨੇ। ਵਾਹ, ਇਹ ਪੋਸਟ ਪਿਆਰੇ ਦਰਸ਼ਕੋ ਬਹੁਤ ਪਪੂਲਰ ਹੋਈ ਸੀ ਸੋਸ਼ਲ ਮੀਡੀਆ ਦੇ ਉੱਤੇ। ਵਿਦੇਸ਼ਾਂ ਦੇ ਵਿੱਚ ਜਿਹੜੇ ਤੁਸੀਂ ਸੋਸ਼ਲ ਮੀਡੀਆ ਵਰਤਦੇ ਹੋ, ਔਰ ਖਾਸ ਤੌਰ ਦੇ ਉੱਤੇ ਫੇਸਬੁੱਕ ਦੇ ਉੱਤੇ ਪੰਜਾਬੀ ਦੇ ਸੋਸ਼ਲ ਮੀਡੀਆ ਦੇ ਯੂਜ਼ਰ ਹੋ,
ਤਾਂ ਇਹ ਪੋਸਟ ਬਹੁਤ ਵਾਇਰਲ ਹੋਈ ਸੀ ਔਰ ਇਹ ਸੁੱਖੀ ਢਿੱਲੋਂ ਦੀ ਮੂਲ ਪੋਸਟ ਸੀ, ਆਪਣੀ ਲਿਖਤ ਸੀ। ਇਸ ਤੋਂ ਬਾਅਦ ਇਸ ਪੋਸਟ ਨੂੰ ਕਾਪੀ ਕਰਕੇ ਬਹੁਤ ਸਾਰੇ ਦੋਸਤਾਂ ਸੱਜਣਾ ਨੇ ਆਪਣੇ ਨਾਂ ਦੇ ਉੱਤੇ ਵੀ ਭੇਜਿਆ। ਸਾਨੂੰ ਉਹਦਾ ਕੋਈ ਸਾਨੂੰ ਬਾਈ ਉਹ ਤੇ ਕੋਈ ਗੱਲ ਨਹੀਂ, ਬਿਲਕੁਲ ਜੀ, ਕਿਉਂਕਿ ਸਾਡਾ ਮੈਸੇਜ ਜਾਣਾ ਚਾਹੀਦਾ। ਉਹ ਮੀਡੀਆ ਦੀ ਗੱਲ ਸੀਗੀ, ਉਹ ਮੀਡੀਆ ਤੱਕ ਪਹੁੰਚਾ ਦਿਓ ਬਸ, ਉਹਨਾਂ ਤੱਕ ਜਿਨ੍ਹਾਂ ਦੇ ਤਵਾ ਲਾਇਆ ਸੀ। ਐਥਿਕਸ ਆਫ ਜਰਨਲਿਜ਼ਮ ਕਿੱਥੇ ਚਲੇ ਗਏ ਆ। ਮੈਂ ਇਸ ਵਕਤ ਵੀ ਜਦੋਂ ਗੱਲ ਕਰ ਰਿਹਾ ਸੁੱਖੀ ਢਿੱਲੋਂ ਨਾਲ, ਬੇਸ਼ੱਕ ਮੈਂ ਖਬਰੀ ਜਰਨਲਿਜ਼ਮ ਨਹੀਂ ਕਰ ਰਿਹਾ ਇਸ ਵਕਤ, ਪਰ ਜਿਹੜੀ ਜਰਨਲਿਜ਼ਮ ਮੈਂ ਇਸ ਵਕਤ ਵੀ ਕਰ ਰਿਹਾ, ਇਹ ਮੈਨੂੰ ਲੱਗਦਾ ਕਿ ਅਸੀਂ ਡਾਕੂਮੈਂਟੇਸ਼ਨ ਕਰ ਰਹੇ ਹਾਂ। ਜਸ ਪੰਜਾਬੀ ਮੇਰੇ ਅਦਾਰੇ ਨੂੰ ਸਲਾਮ ਹੈ ਔਰ ਮੇਰੇ ਅਦਾਰੇ ਦੀ ਸੋਚ ਹੈ ਜਸ ਪੰਜਾਬੀ ਦੀ, ਸਾਡੀ ਟੀਮ ਔਰ ਸਾਡੇ ਪੈਨੀ ਸੰਧੂ ਮੈਡਮ ਸਾਨੂੰ ਜਿਹੜੇ ਲੀਡ ਕਰ ਰਹੇ ਆ, GPS ਸੰਧੂ ਸਾਡੇ ਇੰਡੀਆ ਹੈੱਡ ਸਰ ਨੇ, ਉਹ ਚਾਹੁੰਦੇ ਨੇ ਕਿ ਅਸੀਂ ਇਦਾਂ ਦੀ ਡਾਕੂਮੈਂਟੇਸ਼ਨ, ਅਸੀਂ ਇਦਾਂ ਦੀ ਲਾਇਬ੍ਰੇਰੀ ਕਰੀਏ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸਕ ਦਸਤਾਵੇਜ਼ ਬਣਨ। ਸੁੱਖੀ ਭਾਈ, ਫਿਲਮਾਂ ਦੇ ਵਿੱਚ ਜਿਹੜਾ ਇੱਕ ਮੂਲ ਰੂਪ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਜਿਸ ਨੂੰ ਆਪਾਂ ਕਹਿੰਦੇ ਆ ਕਿ ਆਰਥਿਕਤਾ, ਲੇਖਕ ਵਾਲੇ ਪੱਖ ਤੋਂ ਅੱਜ ਤੋਂ ਮਤਲਬ ਮੈਨੂੰ ਪਤਾ ਕਿ 20-25 ਸਾਲ ਪਹਿਲਾਂ, ਬੰਬੇ ਦੀ ਗੱਲ ਨਾ ਕਰੀਏ, ਪੰਜਾਬੀ ਇੰਡਸਟਰੀ ਦੀ ਗੱਲ ਕਰਦੇ ਕਿ ਲੇਖਕਾਂ ਰਾਈਟਰਾਂ ਦੇ ਪੱਲੇ ਕੋਈ ਬਹੁਤਾ ਨਹੀਂ ਪੈਂਦਾ ਸੀਗਾ। ਡਾਇਰੈਕਟਰ ਦੇ ਪੱਲੇ ਪੈ ਜਾਂਦਾ ਸੀ, ਮੇਨ ਲੀਡ ਕਰੈਕਟਰਾਂ ਦੇ ਪੱਲੇ ਪੈ ਜਾਂਦਾ ਸੀਗਾ। ਬਿਲਕੁਲ। ਹੁਣ ਕਿੰਨਾ ਕੁ ਬਦਲਿਆ ਜਾਂ ਹੁਣ ਕੀ ਸਥਿਤੀ ਹੈ ਆਰਥਿਕ ਪੱਖ ਤੋਂ? ਕੀ ਲੇਖਕ ਰਾਈਟਰ, ਚਾਹੇ ਉਹ ਫਿਲਮ ਦਾ ਕਹਾਣੀ ਲਿਖਣ ਵਾਲਾ, ਚਾਹੇ ਸੰਵਾਦ ਲਿਖਣ ਵਾਲਾ, ਜਾਂ ਜਿਹੜਾ ਹੋਰ ਵੀ ਜਿਹੜੇ ਲਿਖਣ ਨਾਲ ਜੁੜੇ ਹੋਏ ਨੇ, ਕੀ ਫਰਕ ਪਿਆ? ਦੇਖੋ ਜੀ, ਪਹਿਲਾਂ ਨਾਲੋਂ ਤੇ ਫਰਕ ਪਿਆ। ਮਤਲਬ ਬਹੁਤ ਪੁਰਾਣੀ ਗੱਲ ਅਸੀਂ ਸੁਣਦੇ ਹੁੰਦੇ ਹਾਂ, ਸਾਡੇ ਸੀਨੀਅਰਸ ਦੱਸਦੇ ਹੁੰਦੇ ਨੇ ਕਿ ਸਲਮਾਨ ਖਾਨ ਦੇ ਜੋ ਫਾਦਰ ਸਾਹਿਬ ਨੇ, ਸਲੀਮ ਖਾਨ, ਨਾਲ ਜਾਵੇਦ ਸਾਹਿਬ ਹੁੰਦੇ ਸੀਗੇ, ਤਾਂ ਉਹਨਾਂ ਨੇ ਮੁੱਲ ਪਾਉਣਾ ਸ਼ੁਰੂ ਕੀਤਾ ਸੀ ਰਾਈਟਰਸ ਦਾ ਜੀ। ਉਹ ਇੱਕ ਐਸੇ ਰਾਈਟਰ ਬਣ ਕੇ ਉੱਭਰੇ ਸੀਗੇ ਕਿ ਜਿੰਨੀ ਫੀਸ ਹੀਰੋ ਨੂੰ ਮਿਲੀ ਸੀ ਉਨੀ ਸਲੀਮ ਸਾਹਿਬ ਹੋਰਾਂ ਨੂੰ ਮਿਲੀ ਸੀ। ਉਦੋਂ ਪਹਿਲਾਂ ਰਾਈਟਰਸ ਦੀ ਵੈਲਿਊ ਨਹੀਂ ਹੁੰਦੀ ਸੀ। ਉੱਥੋਂ ਚੱਲਿਆ ਉਹ ਟ੍ਰੈਂਡ, ਹੌਲੀ ਹੌਲੀ ਸਟਰੋਂਗ ਹੋਇਆ ਤੇ ਹੁਣ ਸੱਚੀ ਪੰਜਾਬ 'ਚ ਵੀ ਹੈ। ਨਰੇਸ਼ ਕਥੂਰੀਆ ਭਾਜੀ ਦੀ ਗੁੱਡ ਪੇਮੈਂਟ ਹੁੰਦੀ ਹੈ, ਹਾਲਾਂਕਿ ਉਹ ਇੱਕ ਗਰੰਟੀ ਵੀ ਬਣੇ ਨੇ। ਕੈਰੀ ਔਨ ਜੱਟਾ ਚੱਲੀ ਹੈ, ਹੋਰ ਬਹੁਤ ਸਾਰੀਆਂ ਫਿਲਮਾਂ ਚੱਲੀਆਂ। ਅੰਬਰ ਬਾਈ ਹੈ, ਅੰਬਰ ਬਾਈ ਐਜ਼ ਐਨ ਐਕਟਰ ਹੀ ਗਏ ਸੀਗੇ ਮੁੰਬਈ, ਪਰ ਰਾਈਟਰ ਬਣ ਕੇ ਆਏ ਤੇ ਬਹੁਤ ਸੋਹਣੀਆਂ ਸੋਹਣੀਆਂ ਫਿਲਮਾਂ ਦਿੱਤੀਆਂ। ਤੇ ਹੁਣ ਤੀਜਾ ਪੰਜਾਬੀ ਉਹਨਾਂ ਦੀ ਲਿਖੀ ਹੋਈ ਸੀਗੀ। ਹੁਣ ਰਾਈਟਰਸ ਮੈਨੂੰ ਲੱਗਦਾ ਮਤਲਬ ਹੁਣ ਇਹ ਕੋਈ ਬੰਦਾ ਹੀ ਨਹੀਂ ਕਹਿ ਸਕਦਾ ਮੈਂ ਰਾਈਟਰ ਹਾਂ ਤੇ ਮੈਂ ਮਤਲਬ ਮੇਰੇ ਕੋਲ ਇਨਕਮ ਦਾ ਸੋਰਸ ਨਹੀਂ ਹੈ, ਕਿਉਂਕਿ ਤੁਹਾਡੇ ਕੋਲ ਮਾਧਿਅਮ ਬਹੁਤ ਵੱਧ ਗਏ ਨੇ। ਤੁਸੀਂ ਖੁਦ ਦਾ YouTube ਚੈਨਲ ਖੋਲ ਕੇ ਕਰ ਸਕਦੇ ਹੋ, ਤੁਸੀਂ ਰੀਲਸ ਬਣਾ ਸਕਦੇ ਹੋ, ਤੁਸੀਂ Facebook ਤੇ ਪੋਸਟਾਂ ਪਾ ਸਕਦੇ ਹੋ, ਤੁਸੀਂ ਨਾਵਲ ਲਿਖ ਸਕਦੇ ਹੋ, ਬਹੁਤ ਸਾਰੀਆਂ ਚੀਜ਼ਾਂ ਹੈ। ਉਸ ਟਾਈਮ ਤੇ ਮੈਨੂੰ ਲੱਗਦਾ ਕਿ ਆਡੀਅנס ਦਾ ਦਾਇਰਾ ਵੀ ਬਹੁਤ ਛੋਟਾ ਸੀ, ਹੁਣ ਆਡੀਅנס ਵੀ ਬਹੁਤ ਵਿਸ਼ਾਲ ਹੋ ਗਈ। ਬਿਲਕੁਲ। OTT ਆਉਣ ਤੋਂ ਬਾਅਦ ਤਾਂ ਬਹੁਤ ਚੇਂਜ ਹੋਇਆ। ਬਿਲਕੁਲ ਜੀ, OTT ਤੋਂ ਬਾਅਦ OTT ਨੇ ਤਾਂ ਮਤਲਬ ਸਿਨੇਮੇ ਨਾਲ ਜੁੜੇ ਹੋਏ ਹਰੇਕ ਬੰਦੇ ਨੂੰ ਫਾਇਦਾ ਕੀਤਾ ਹੈ, ਚਾਹੇ ਉਹ ਟੈਕਨੀਕਲ ਹੋਵੇ, ਚਾਹੇ ਉਹ ਰਾਈਟਿੰਗ ਹੋਵੇ ਤੇ ਚਾਹੇ ਐਕਟਿੰਗ ਹੋਵੇ, ਹਰੇਕ ਬੰਦੇ ਨੂੰ ਪ੍ਰੋਫਿਟ ਹੀ ਹੋਇਆ। ਥੋੜਾ ਕੰਮ ਪੈਸੇ ਮਿਲ ਰਹੇ ਨੇ। ਹਾਂਜੀ ਬਿਲਕੁਲ, ਹਾਂ ਮਤਲਬ ਦਾਲ ਫੁਲਕਾ ਜਿਹਾ ਵਧੀਆ ਚੱਲੀ ਜਾਂਦਾ ਹੈਗਾ, ਨਾਲੇ ਹੱਥਾਂ ਦਾ ਸਰ ਜਾਂਦਾ, ਨਾਲ ਦਾ ਕੰਮ ਕਰਨ ਦੀ ਕੋਈ ਲੋੜ ਨਹੀਂ ਪੈਂਦੀ, ਨਾਲੇ ਹੱਥਾਂ ਦਾ ਸਰ ਜਾਂਦਾ ਜੀ। ਬਿਲਕੁਲ। ਹੱਥਾਂ ਦੀ ਬਾਤ ਪਾਉਂਦੇ ਆ, ਬ੍ਰੇਕ ਤੋਂ ਬਾਅਦ ਪਾਵਾਂਗੇ, ਕਿਉਂਕਿ ਜੇ ਮੋਟਰ ਤੇ ਬੈਠੇ ਆ ਉੱਤੇ ਚਿੜੀ ਚੁੱਕ ਰਹੀ ਹੈ, ਉੱਤੇ ਚਿੜੀ ਚੁੱਕ ਰਹੀ ਹੈ, ਥੋੜੀ ਥੋੜੀ ਆਵਾਜ਼ ਆ ਰਹੀ ਹੈ, ਹਵਾ ਚੱਲ ਰਹੀ ਹੈ, ਆਲੇ ਦੁਆਲੇ ਟਰੈਕਟਰ ਟਰਾਲੀਆਂ ਸਾਡੇ ਭੱਜੇ ਫਿਰਦੇ ਆ, ਬਲਦ ਭੱਜੇ ਫਿਰਦੇ ਆ, ਗੱਡੇ ਲਈ ਜਾਂਦੇ ਆ। ਸੋ ਕੁਦਰਤ ਨੇ ਸਾਨੂੰ ਐਡੇ ਖੂਬਸੂਰਤ ਤੇ ਪਿਆਰੇ ਮਾਹੌਲ 'ਚ ਬਿਠਾਇਆ ਹੋਇਆ, ਇੱਕ ਪਿਆਰੇ ਜਿਹੇ ਸ਼ਖਸ ਨਾਲ, ਇੱਕ ਪਿਆਰੇ ਜਿਹੇ ਬੰਦੇ ਦੇ ਨਾਲ। ਤਾਂ ਕੁਦਰਤ ਦੇ ਨਾਲ ਇੱਕ ਦੀ ਜਦੋਂ ਬਾਤ ਪਾਵਾਂਗੇ ਤਾਂ ਸ਼ਾਮ ਦੇ ਵੈਸੇ ਵੀ 5:30 ਵੱਜ ਗਏ ਆ, ਤਾਂ ਫਿਰ ਇਹ ਬਾਤਾਂ ਹੋਣੀਆਂ ਬਹੁਤ ਜ਼ਰੂਰੀ ਨੇ, ਬੜੀਆਂ ਲਾਜ਼ਮੀ ਨੇ। ਮਿਲਦੇ ਇੱਕ ਬ੍ਰੇਕ ਦੇ ਪਾਰ। ਬ੍ਰੇਕ ਦੇ ਇਸ ਪਾਰ ਤੁਹਾਡਾ ਸਵਾਗਤ ਹੈ। ਸਹਿਤ ਦੀ ਤੰਦ ਬਾਈ ਸੁੱਖੀ ਢਿੱਲੋਂ ਨਾਲ ਪਾਈ ਹੋਈ ਹੈ। ਸੁੱਖੀ ਵੀਰੇ, ਮੈਂ ਗੱਲ ਇੱਥੋਂ ਜੇ ਸ਼ੁਰੂ ਕਰਦਾ ਕਿ ਜਦੋਂ ਅਸੀਂ ਸੋਸ਼ਲ ਮੀਡੀਆ ਨੂੰ ਫਰੋਲਦੇ ਹਾਂ ਤਾਂ ਬੜਾ ਕੁਝ ਚੱਲ ਰਿਹਾ ਹੁੰਦਾ। ਪਿੱਛੇ ਜੇ ਇੱਕ ਟ੍ਰੈਂਡ ਚੱਲਿਆ ਸੀਗਾ ਮੀ ਟੂ ਦਾ, ਉਹਨੂੰ ਇੱਕ ਵੱਖਰਾ ਕੱਢ ਦਿੰਦੇ ਹਾਂ। ਇੱਕ ਟ੍ਰੈਂਡ ਚੱਲਿਆ ਫੈਮਿਨਿਜ਼ਮ। ਉਹ ਇੱਕ ਕੁੜੀ ਨੇ ਇੱਕ ਗੀਤ ਵੀ ਗਾਇਆ ਸੀਗਾ, ਉਹ ਸ਼ਾਇਦ ਢਾਡਲੀ ਕਰਕੇ ਕੁੜੀ ਹੈ ਨਾ, ਸਿਮਰਨ ਕੌਰਲੀ ਹੈ। ਉਹਦੇ ਇੱਕ ਗੀਤ ਦੇ ਉੱਤੇ ਬਹੁਤ ਹੋ ਹੱਲਾ ਹੋਇਆ, ਪਰ ਉਹਦਾ ਦੂਸਰਾ ਗੀਤ ਸੀ ਜਿਹੜਾ ਬਾਤਾਂ ਪਹੁੰਚ ਗਈਆਂ, ਉਹ ਤੇ ਚਰਚਾ ਵੀ ਬਹੁਤ ਹੋਈ। ਬਿਲਕੁਲ। ਦੋ ਉਹ ਮੋਨੀਤੂਰ ਮੈਡਮ ਨੇ, ਮਾਫ ਕਰਨਾ, ਸਾਡੇ ਬਹੁਤ ਸੀਨੀਅਰ ਆਰਟਿਸਟ ਨੇ ਵੱਡੇ। ਔਰ ਤੀਸਰੀ ਗੱਲ, ਜਦੋਂ ਮੈਂ ਸੋਸ਼ਲ ਮੀਡੀਆ ਫਰੋਲ ਰਿਹਾ ਹੁੰਦਾ ਜਾਂ ਜਦੋਂ ਆਪਾਂ ਆਫ ਦੀ ਰਿਕਾਰਡ ਵੀ ਕਿਤੇ ਆਪਾਂ ਗੱਲ ਕਰਦੇ ਹੁੰਦੇ ਹਾਂ, ਤੁਹਾਡੀਆਂ ਪੋਸਟਾਂ ਦੇ ਵਿੱਚ ਇੱਕ ਝਲਕ ਹਮੇਸ਼ਾ ਮਿਲਦੀ ਹੁੰਦੀ ਹੈ ਕਿ ਤੁਸੀਂ ਫੀਮੇਲ ਓਰੀਐਂਟੇਸ਼ਨ ਦੀ ਗੱਲ ਬਹੁਤ ਕਰਦੇ ਹੋ, ਧੀਆਂ ਦੇ ਪੱਖ ਦੀ ਗੱਲ, ਔਰਤਾਂ ਦੇ ਪੱਖ ਦੀ ਗੱਲ, ਪਤਨੀਆਂ ਦੇ ਪੱਖ ਦੀ ਗੱਲ, ਭੈਣਾਂ ਦੇ ਪੱਖ ਦੀ ਗੱਲ। ਇਹ ਸਹਿਜ ਸੁਭਾਅ ਆ ਅੰਦਰ ਜਾਂ ਸਮਾਜਿਕ ਵਰਤਾਰਿਆਂ ਨੂੰ ਦੇਖਦੇ ਹੋਏ ਆਇਆ? ਪਰ ਇਹਦੇ ਨਾਲ ਹੀ ਮੈਂ ਇੱਕ ਗੱਲ ਛੋਟੀ ਜਿਹੀ ਹੋਰ ਜੋੜ ਦਿੰਦਾ, ਉਹ ਗੱਲ ਉਸ ਦੇ ਉੱਤੇ ਮੈਂ ਤੁਹਾਡੀ ਟਿੱਪਣੀ ਜ਼ਰੂਰ ਚਾਹਾਂਗਾ ਕਿ ਪੰਜਾਬ ਮਹਿਲਾ ਕਮਿਸ਼ਨ ਦੇ ਜਿਹੜੇ ਚੇਅਰਪਰਸਨ ਨੇ ਮੈਡਮ ਮਨੀਸ਼ਾ ਗੁਲਾਟੀ ਨੇ ਪਰਸੋਂ ਚੌਥੇ ਇੱਕ ਅਜੀਬ ਜਿਹਾ ਨੋਟਿਸ ਕੱਢ ਮਾਰਿਆ ਕਿ ਨੀ ਮੈਂ ਸੱਸ ਕੁੱਟਣੀ ਫਿਲਮਕਾਰਾਂ ਨੂੰ ਨੋਟਿਸ ਕੱਢ ਕੇ ਮਾਰਤਾ। ਸ਼ਾਇਦ ਉਹਨਾਂ ਦੀ ਪੰਜਾਬੀ ਸਾਹਿਤਕਾਰੀ
ਜਾਂ ਪੰਜਾਬੀ ਸੱਭਿਆਚਾਰ ਦੇ ਉੱਤੇ ਪਕੜ ਘੱਟ ਹੋਣੀ ਹੈ ਜਾਂ ਉਹਨਾਂ ਦੇ ਸਲਾਈਏ ਗਲਤ ਹੋਣਗੇ? ਕੀ ਕਹਿਣਾ ਬਾਈ ਸਾਰੀ ਗੱਲਬਾਤ ਤੇ ਤਿੰਨੇ ਚਾਰੇ ਸਵਾਲਾਂ ਦੇ ਉੱਤੇ? ਬਿਲਕੁਲ, ਮੈਂ ਕਿਤੇ ਪੜ੍ਹਿਆ ਸੀਗਾ ਕੱਲ ਪਰਸੋਂ ਮਨੀਸ਼ਾ ਗੁਲਾਟੀ ਵਾਲੀ ਮੈਮ ਦੀ ਗੱਲ ਤੇ, ਤਾਂ ਜਵਾਬ ਇਹੀ ਹੈ ਵੀ ਪਹਿਲਾਂ ਤਾਂ ਮੋਗੇ ਦੀ ਮੰਡੀ ਬੰਦ ਕਰਾਓ, ਹੈਨਾ। ਬਹੁਤ ਸਾਲਾਂ ਤੋਂ ਚੱਲ ਰਿਹਾ ਤੈਨੂੰ ਮੋਗੇ ਦੀ ਮੰਡੀ ਚਾਹੂੰ ਵੇਚ ਮੁੰਡਿਆਂ, ਹੈਨਾ। ਸਾਡੇ ਵੀ ਕੁਝ ਰਾਈਟਸ ਨੇ, ਹੈਨਾ, ਕੁਛ ਨਾ ਕੁਛ ਮਰਦਾਂ ਨੂੰ ਵੀ ਦਿਓ, ਹੈਨਾ। ਪਹਿਲਾਂ ਤਾਂ ਕੋਈ ਮਰਦ ਕਮਿਸ਼ਨ ਬਣਾਓ, ਹੈਨਾ, ਫਿਰ ਉਹ ਸਾਡੀਆਂ ਆਵਾਜ਼ਾਂ ਚੁੱਕਿਆ ਕਰੇ ਹੈ। ਤੇ ਦੂਸਰੀ ਗੱਲ ਓਰੀਐਂਟੇਸ਼ਨ, ਵੂਮਨ ਓਰੀਐਂਟੇਸ਼ਨ ਦੀ ਜੋ ਤੁਸੀਂ ਕੀਤੀ, ਮੇਰੀ ਇੱਕ ਫਿਲਮ ਹੈ ਜੀ ਗਿੱਧਾ। ਉਹ ਫਿਲਮ ਦੇ ਵਿੱਚ ਬੇਸਿਕਲੀ ਮੈਂ ਇੱਕ ਟ੍ਰੈਂਡ ਸੈੱਟ ਕਰੂੰਗਾ ਕਿ ਪੰਜਾਬ 'ਚ ਧੀਆਂ ਆਪਦੇ ਘਰੇ ਰਹਿ ਕੇ ਪੈਸਾ ਕਿਵੇਂ ਕਮਾ ਸਕਦੀ। ਉਹਨਾਂ ਨੇ ਆਪਦੇ ਪਿੰਡ 'ਚੋਂ ਬਾਹਰ ਨਹੀਂ ਜਾਣਾ, ਪਿੰਡ ਦੀ ਜੂਹ ਨਹੀਂ ਟੱਪਣੀ, ਤੇ ਰਿਸਪੈਕਟ ਵੀ ਮਿਲੂਗੀ ਤੇ ਪੈਸਾ ਵੀ ਕਮਾਇਆ ਜਾਊਗਾ ਥਰੂ ਗਿੱਧਾ। ਹਾਂਜੀ, ਉਹ ਮੈਂ ਫਿਲਮ ਇੱਕ ਦੋ ਜਗ੍ਹਾ ਸੁਣਾਈ ਹੋਈ, ਉਹ ਮੇਰੀ ਫਿਲਮ ਮਤਲਬ ਪਸੰਦ ਕੀਤੀ ਜਾ ਰਹੀ ਹੈ ਤੇ ਉਹਦੇ ਤੇ ਚਰਚਾ ਵੀ ਹੈ ਤੇ ਉਮੀਦ ਹੈ ਕਿ ਬਹੁਤ ਜਲਦੀ ਅਸੀਂ ਬਣਾਵਾਂਗੇ। ਉਹ ਵੀ ਪ੍ਰੇਮ ਬਾਈ ਨਾਲ ਕਮਿਟਮੈਂਟ ਹੈ ਕਿ ਉਹ ਪ੍ਰੇਮ ਬਾਈ ਨੇ ਡਾਇਰੈਕਟ ਕਰਨੀ ਹੈ ਤੇ ਲਿਖੀ ਹੋਈ ਮੇਰੀ ਹੈ। ਤੇ ਮਤਲਬ ਮੈਂ ਆਪਦੇ ਘਰੇ ਫੀਲ ਕੀਤਾ ਜੀ, ਮੇਰੇ ਭੂਆ ਜੀ ਜਿਹੜੇ ਸੀ ਉਹ ਡੈਡੀ ਤੋਂ ਵੱਡੇ ਸੀ ਜੀ, ਤੇ ਮਤਲਬ ਉਹ ਡੈਡੀ ਤੋਂ ਮਤਲਬ ਡੈਡੀ ਦਾ ਬਾਅਦ 'ਚ ਮੈਰਿਜ ਹੁੰਦੀ ਹੈ ਤੇ ਭੂਆ ਜੀ ਪਹਿਲਾਂ ਵਿਆਹ ਜਾ ਚੁੱਕੇ ਸੀਗੇ। ਸੋ ਅਸੀਂ ਜਿਵੇਂ ਭੂਆ ਵੀ ਘਰੇ ਹੈ ਨਹੀਂ ਸੀ, ਸਾਡੀ ਰੀਅਲ ਸਾਡੀ ਕੋਈ ਸਿਸਟਰ ਨਹੀਂ, ਅਸੀਂ ਦੋ ਹੀ ਭਰਾ ਹਨ। ਚਾਚਾ ਜੀ ਦੀ ਬੇਟੀ ਬਹੁਤ ਛੋਟੀ ਰਹੀ, ਜੋ ਚਾਚਾ ਜੀ ਦੀ ਬੇਟੀ ਹੋਈ ਵੀ ਉਦੋਂ ਅਸੀਂ ਸਕੂਲ ਕਾਲਜ ਤੱਕ ਆ ਚੁੱਕੇ ਸੀਗੇ, ਹੈ ਨਾ। ਹਾਂਜੀ ਬਿਲਕੁਲ, ਉਹ ਮਤਲਬ ਮੈਂ ਘਰੇ ਹਮੇਸ਼ਾ ਮਿਸ ਕਰਦਾ ਸੀ ਯਾਰ, ਇੱਕ ਭੈਣ ਹੁੰਦੀ, ਮਤਲਬ ਕਿਤੇ ਨਾ ਕਿਤੇ ਇੱਕ ਉਹ ਰਿਸ਼ਤੇ ਨੂੰ। ਜੀ ਬਿਲਕੁਲ, ਜਿਵੇਂ ਭੈਣਾਂ ਮੰਗਦੀਆਂ ਨੇ ਕਬੀਰ ਦਹੀਂ ਮੇਰੇ ਬਸ ਸਹੁੰ ਖਾਣ ਨੂੰ ਬੜਾ ਇੱਜ਼ਤ ਬਿਲਕੁਲ, ਹੈ ਨਾ। ਹਾਂਜੀ, ਤਾਂ ਮਤਲਬ ਮੈਂ ਫੀਲ ਕਰਦਾ ਹੁੰਦਾ ਸੀਗਾ, ਮਤਲਬ ਸਾਡੇ ਘਰੇ ਮੇਰੇ ਜਿਹੜੇ ਦੋਸਤ ਨੇ ਉਹਨਾਂ ਲਈ 24 ਘੰਟੇ ਬੂਹੇ ਖੁੱਲ੍ਹੇ ਹੁੰਦੇ ਸੀਗੇ। ਵੀ ਮੈਂ ਮਤਲਬ ਸਪੈਸ਼ਲੀ ਦਰਸ਼ਕਾਂ ਨੂੰ ਹੀ ਕਹਿਣਾ ਚਾਹੁੰਦਾ ਵੀ ਧੰਨ ਆ ਮੇਰੀ ਮਾਂ ਜੀ ਨੇ ਇੰਨਾ ਲੰਗਰ ਲਾਤਾ, ਹੈ ਨਾ। ਤੇ ਮੇਰੇ ਦੋਸਤਾਂ ਲਈ 24 ਘੰਟੇ ਬੂਹੇ ਖੁੱਲ੍ਹੇ ਹੋਣ ਦਾ ਰੀਜ਼ਨ ਇਹ ਸੀਗਾ ਵੀ ਘਰੇ ਭੈਣ ਹੈ ਨਹੀਂ ਸੀ ਤੇ ਅਸੀਂ ਤੁਰੇ ਫਿਰਦੇ ਹੁੰਦੇ ਸੀਗੇ, ਹੈ ਨਾ। ਪਰ ਅਸੀਂ ਮਿਸ ਕਰਦੇ ਹੁੰਦੇ ਸੀ ਯਾਰ, ਇੱਕ ਭੈਣ ਵਾਲਾ ਰਿਸ਼ਤਾ ਵੀ ਜ਼ਰੂਰੀ ਹੈ। ਤੁਹਾਡਾ ਕੋਈ ਜੀਜਾ ਵੀ ਹੋਣਾ ਚਾਹੀਦਾ, ਕਿਸੇ ਤੋਂ ਮਾੜੇ ਮੋਟੇ ਦਵੋ, ਹੈ ਨਾ, ਕੋਈ ਨਾ ਕੋਈ ਕਿਸੇ ਦਾ ਰਿਸਪੈਕਟ ਕਰੋ। ਇਹ ਤਾਂ ਦੋਨੇ ਭਰਾ ਹੀ ਹੈ ਨਾ, ਆਪਦੇ ਬੁੱਲੇ ਲੁੱਟਣ ਤੇ ਹੀ ਰਹੇ, ਹੈ ਨਾ। ਤੇ ਉਸ ਤੋਂ ਬਾਅਦ ਮੈਂ ਰੱਬ ਅੱਗੇ ਅਰਦਾਸ ਕੀਤੀ, ਮੈਂ ਕਿਹਾ ਰੱਬਾ, ਫਿਰ ਮੈਂ ਹੌਲੀ ਹੌਲੀ ਇਸ ਗੱਲ ਤੇ ਆ ਗਿਆ ਕਿ ਜੋ ਵੀ ਵੂਮਨ ਦੀ ਗੱਲ ਆ ਉਹ ਹਮੇਸ਼ਾ ਚੁੱਕੀ ਜਾਣੀ ਚਾਹੀਦੀ ਹੈ। ਔਰਤਾਂ ਦੀ ਗੱਲ ਔਰਤਾਂ ਹੀ ਕਿਉਂ ਚੁੱਕਣ, ਮਰਦ ਵੀ ਬਰਾਬਰ ਹੋ ਕੇ ਔਰਤਾਂ ਦੀ ਗੱਲ ਚੁੱਕਣ ਨਾ, ਮਰਦ ਹੀ ਸਿਆਣੇ ਹੋਈਏ। ਬਿਲਕੁਲ, ਹਾਂ। ਤੇ ਮੈਂ ਮਤਲਬ ਇਹ ਗੱਲਾਂ ਸ਼ੁਰੂ ਕੀਤੀਆਂ ਤੇ ਪਰ ਮੇਰੀ ਰੱਬ ਅੱਗੇ ਅਰਦਾਸ ਸੀ ਕਿ ਮੈਂ ਕਿਹਾ ਰੱਬਾ, ਜਿਸ ਦਿਨ ਮੈਂ ਸਟੇਜ ਤੇ ਖੜ੍ਹ ਕੇ ਕਿਸੇ ਧੀ ਭੈਣ ਲਈ ਬੋਲਿਆ ਨਾ, ਤਾਂ ਲੋਕਾਂ ਨੇ ਕਹਿਣਾ ਤੇਰੇ ਆਪਦੇ ਤਾਂ ਦੋ ਮੁੰਡੇ ਆ ਤੇ ਤੂੰ ਬੋਲਦਾ। ਮੈਂ ਕਿਹਾ ਰੱਬਾ, ਪਹਿਲਾਂ ਮੈਨੂੰ ਧੀਆਂ ਦੇ ਦੀ ਯਾਰ, ਫਿਰ ਉਹ ਸਟੇਜ ਤੇ ਖੜ੍ਹ ਕੇ ਬੋਲਾਂ ਨਾ, ਹਿੱਕ ਠੋਕ ਕੇ ਬੋਲਾਂ ਵੀ ਪਹਿਲਾਂ ਮੇਰੇ ਦੋ ਹੈਗੀਆਂ, ਫਿਰ ਮੈਂ ਕਹਿੰਦਾ ਵੀ ਇਹਨਾਂ ਨੂੰ ਕੁੱਖਾਂ 'ਚ ਨਾ ਮਾਰੋ। ਅਸੀਂ ਇਹ ਚੀਜ਼ਾਂ ਫੀਲ ਕੀਤੀਆਂ, ਮਤਲਬ ਮੇਰੇ ਅੱਖੀਂ ਸਾਡੇ ਕੁਛ ਰਿਸ਼ਤੇਦਾਰਾਂ ਦੀਆਂ ਗੱਲਾਂ ਅਸੀਂ ਸੁਣਦੇ ਰਹੇ ਹਾਂ ਕਿ ਉਹਨਾਂ ਨੇ ਪਤਾ ਨਹੀਂ ਕਿੰਨੇ ਵਾਰ ਕੁੱਖ 'ਚ ਧੀਆਂ ਮਰਾਈਆਂ। ਬਹੁਤ ਦੁੱਖ ਲੱਗਦਾ ਹੁੰਦਾ ਸੀਗਾ ਸੋਚ ਕੇ ਵੀ ਕਿਉਂ ਇੱਦਾਂ ਕਿਉਂ ਹੁੰਦਾ ਗਾ, ਪੁੱਤ ਨੂੰ ਕੋਈ ਨਹੀਂ ਮਾਰਦਾ, ਧੀਆਂ ਨੂੰ ਸਾਰੀਆਂ ਮਾਰਦੀ। ਮੈਂ ਇੱਦਾਂ ਦੀਆਂ ਗੱਲਾਂ ਬਹੁਤ ਲਿਖੀਆਂ, ਸੋਸ਼ਲ ਮੀਡੀਆ 'ਤੇ ਵੀ ਬੋਲੀਦਾ ਵੀ ਧੀ ਨੂੰ ਧੀ ਕਹਿ ਕੇ ਬੁਲਾਓ, ਧੀ ਨੂੰ ਪੁੱਤ ਕਿਉਂ ਕਹਿੰਦੇ ਆ। ਧੀ ਹੈ, ਉਹ ਆਪਦੇ ਆਪ 'ਚ ਇੱਕ ਵਰਡ ਹੈ, ਉਹ ਆਪਦੇ ਆਪ 'ਚ ਉਹਦੀ ਆਪਦੀ ਇੱਕ ਹੋਂਦ ਹੈ। ਧੀ ਨੂੰ ਧੀ ਹੀ ਕਹੋ, ਉਹਨੂੰ ਇੰਨਾ ਸਟਰੋਂਗ ਕਰ ਦਿਓ ਕਿ ਤੁਸੀਂ ਪੁੱਤ ਨੂੰ ਕਦੇ ਜੀ ਕਰੇ ਤੇ ਧੀ ਕਹਿ ਲਿਆ ਕਰਿਓ। ਯੈਸ। ਸੋ ਇਹਨਾਂ ਗੱਲਾਂ ਤੇ ਇੱਕ ਅੜੀ ਰਹਿੰਦੀ ਹੈ ਜੀ, ਤੇ ਜਦੋਂ ਤੱਕ ਜਿਉਂਦੇ ਆ, ਜਦੋਂ ਤੱਕ ਸਾਹ ਚੱਲਦੇ ਆ, ਇਹ ਗੱਲਾਂ ਤੇ ਤਾਂ ਬੋਲਦੇ ਹੀ ਰਹਾਂਗੇ ਜੀ। ਮੈਂ ਚਾਹੁੰਦਾ ਕਿ ਧੀਆਂ ਦੇ ਬਾਬਤ ਜੇ ਕੁਝ ਲਿਖਿਆ ਹੋਇਆ ਤਾਂ ਉਹ ਜ਼ਰੂਰ ਸਾਂਝ ਪਾਈਏ। ਬਿਲਕੁਲ, ਮੈਂ ਥੋੜ੍ਹੇ ਦਿਨ ਪਹਿਲਾਂ ਕਿਤੇ ਕੁਝ ਪੜ੍ਹ ਰਿਹਾ ਸੀਗਾ, ਉੱਥੇ ਲਿਖਿਆ ਹੋਇਆ ਸੀਗਾ ਐਵੇਂ ਕੁਝ ਸੋਸ਼ਲ ਮੀਡੀਆ 'ਤੇ ਲੰਘਦੇ ਪੋਸਟ ਵੀ ਕੰਨਿਆਦਾਨ, ਵੀ ਕੰਨਿਆਦਾਨ ਕਿਹੜਾ ਦਾਨ ਹੋਇਆ, ਵੀ ਪੇੜਾ ਦਾਨ ਕਰਤਾ ਜੀ, ਫਲਾਨਾ ਦਾਨ ਕਰਤਾ। ਕੰਨਿਆ ਦਾ ਦਾਨ ਕੀ ਮਤਲਬ ਹੋਇਆ? ਉਹ ਗੱਲ ਲਿਖੀ ਸੀਗੀ, ਮੈਨੂੰ ਮਤਲਬ ਲਿਖੀ ਮੈਂ ਉਸ ਦਿਨ, ਮੈਨੂੰ ਸੱਚੀ ਹੋਈ ਅੰਦਰੋਂ ਦੁੱਖ ਲੱਗਿਆ ਸੀਗਾ ਵੀ ਇਹ ਗੱਲ ਕਿਉਂ। ਮੈਂ ਕਿਹਾ ਜੀ ਜਾਓ, ਮੈਂ ਨਹੀਂ ਦਿੰਦਾ ਦਾਜ, ਇਹ ਕੋਈ ਸੇਲ ਨਹੀਂ ਕਿ ਮੈਂ ਆਪਣੀ ਧੀ ਦੇਣ ਲਈ ਨਾਲ ਸਮਾਨ ਦੇ ਦਿਆਂ। ਜਾਓ, ਮੈਂ ਨਹੀਂ ਮੰਨਦਾ, ਮੈਂ ਨਹੀਂ ਕਰਦਾ ਕੰਨਿਆਦਾਨ, ਮੇਰੀ ਧੀ ਕੋਈ ਚੀਜ਼ ਨਹੀਂ ਜੋ ਮੈਂ ਦਾਨ ਦੇ ਦਿਆਂ। ਵਾਹ, ਧੀ ਦਾ ਕਾਹਦਾ ਦਾਨ? ਬਹੁਤ ਵੱਡੀ ਗੱਲ ਹੈ। ਸੁੱਕੀ, ਆਪਾਂ ਹੁਣ ਜਿੱਥੇ ਬੈਠੇ ਹਾਂ ਬਾਈ, ਵਜੂਦ ਫਿਲਮ ਵਜੂਦ ਦੇ ਵਿੱਚ ਆਈ ਆ। ਹਾਂਜੀ, ਅਜੇ ਜੇਠੀ ਦਾ ਮੈਂ ਜ਼ਿਕਰ 2-3 ਵਾਰੀ ਕਰ ਦਿੱਤਾ ਕਿ ਜੀ ਉਹ ਇੰਡੀਅਨ ਤੋਂ ਬਾਅਦ ਉਹ ਪੰਜਾਬੀ ਤੋਂ ਬਾਅਦ ਮੇਰਾ ਉਹ ਗਰਾਈ ਵੀ ਹੈ ਮੇਰਾ। ਹਾਂਜੀ, ਗਰਾਈ ਛੱਡੋ, ਮੇਰਾ ਰੰਗਮੰਚ ਦਾ ਪੁਰਾਣਾ ਸਾਥੀ ਹੈ ਅਜੇ ਜੇਠੀ ਜੀ, ਜਿਹਨੇ ਮਨੀ ਹੀਸਟ ਵਰਗੀ ਦੁਨੀਆ ਦੀ ਹਿੱਟ ਵੈਬ ਸੀਰੀਜ਼ ਦੇ ਵਿੱਚ ਬਤੌਰ ਇੰਡੀਅਨ ਰੋਲ ਕੀਤਾ। ਹਾਂਜੀ, ਕਰੈਕਟਰ ਉਹਦਾ ਪਾਕਿਸਤਾਨੀ ਸੀਗਾ ਔਰ ਬਹੁਤ ਸਲਾਹਿਆ ਗਿਆ। ਹਾਂਜੀ, ਅਜੇ ਜੇਠੀ ਇੱਕ ਉਪਰਾਲਾ ਕਰ ਰਿਹਾ ਕਿ ਉੱਥੋਂ ਸਪੇਨ ਤੋਂ ਆ ਕੇ ਸਪੈਨਿਸ਼ ਭਾਸ਼ਾ ਦੇ ਵਿੱਚ ਅੱਜ ਕੱਲ੍ਹ ਉੱਥੇ ਬਹੁਤ ਕੰਮ ਕਰ ਰਹੇ ਨੇ। ਪੰਜਾਬੀ ਦੇ ਵਿੱਚ, ਪੰਜਾਬ ਦੇ ਵਿੱਚ ਜਿੱਥੇ ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ ਕਾਮੇਡੀ ਦਾ, ਇਹ ਇੱਕ ਅਲੱਗ ਜੀ ਫਿਲਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ। ਤੇ ਤੁਸੀਂ ਇਸ ਟੀਮ ਦਾ ਪਾਰਟ ਕਿਵੇਂ, ਐਜ਼ ਡਾਇਰੈਕਸ਼ਨ ਟੀਮ ਜਾਂ
ਜੀ ਬਿਲਕੁਲ ਸਕ੍ਰਿਪਟ ਰਾਈਟਰ ਜਾਂ ਡਾਇਲੌਗ ਰਾਈਟਰ, ਕਿਵੇਂ ਇਸ ਜੀ, ਦਾ ਪਾਰਟ ਬਣ ਰਹੇ ਹੋ? ਜੀ ਤੇ ਜੇਠੀ ਦਾ ਇਹ ਉਪਰਾਲਾ ਜਾਂ ਕਿਵੇਂ ਹੈ? ਹਾਂਜੀ ਬਿਲਕੁਲ, ਇਹਦਾ ਇੱਕ ਪੁਰਾਣਾ ਹੀ ਡ੍ਰੀਮ ਹੈ ਅਜੇ ਦਾ ਕਿ ਮੈਂ ਇਸ ਸਬਜੈਕਟ ਤੇ ਫਿਲਮ ਬਣਾਉਣੀ ਹੈ। ਤੇ ਇੱਕ ਬੜਾ ਸੰਜੀਦਾ ਜਿਹਾ ਇਹ ਸਬਜੈਕਟ ਹੈ, ਮਤਲਬ ਆਪਾਂ ਕਹਾਣੀ ਡਿਸਕਲੋਜ਼ ਕਰ ਨਹੀਂ ਪਾਵਾਂਗੇ ਬਿਲਕੁਲ ਤੇ ਹੈ ਨਾ, ਕੁਝ ਉਹ ਮਜਬੂਰੀਆਂ ਨੇ। ਤੇ ਮਤਲਬ ਥਰੂ ਆਊਟ ਹੀ ਪਿਛਲੇ 5 ਸਾਲਾਂ ਤੋਂ ਮੈਂ ਤੇ ਅਜੇ ਦੋਸਤ ਹਾਂ, ਤਾਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਤਾਂ ਉਦੋਂ ਤੋਂ ਹੀ ਚੱਲਦਾ ਆ ਰਿਹਾ। ਉਹਨੇ ਹਰ ਗੇੜੇ ਆ ਕੇ ਕਹਿਣਾ ਯਾਰ ਮੈਂ ਵਜੂਦ ਬਣਾਉਣੀ, ਅਸੀਂ ਕਹਿਣਾ ਕੋਈ ਆ ਖੜ ਜਾ, ਹੋਰ 4 ਕਮਾ ਲਾ, ਹੋਰ 4 ਕਮਾ ਲਾ, ਗੱਲਾਂ ਬਾਤਾਂ ਹੋਣੀਆਂ, ਬਣਾਉਣੀਆਂ, ਢਾਲ ਲੈਣੀਆਂ, ਇੱਦਾਂ ਚੱਲਦਾ ਰਿਹਾ। ਤੇ ਆਫਟਰ ਆਲ ਹੁਣ ਅਜੇ ਸੋਚ ਕੇ ਹੀ ਆਇਆ ਸੀਗਾ ਸਪੇਨ ਤੋਂ ਵੀ ਇਸ ਵਾਰ ਬਣਾ ਕੇ ਹੀ ਜਾਣੀ ਆ, ਤਾਂ ਉਹਨੇ ਇੱਕ ਵਧੀਆ ਟੀਮ ਹਾਇਰ ਕਰਕੇ ਤੇ ਵਧੀਆ ਸਟਾਰ ਕਾਸਟ, ਮਿੰਟੂ ਕਾਪਾ, ਸੁਖਵਿੰਦਰ ਰਾਜ, ਸੰਜੂ ਸਲੰਕੀ ਭਾਜੀ, ਸੁਨੀਤਾ ਧੀਰ ਮੈਮ ਨੇ, ਬਲਜਿੰਦਰ ਕੌਰ ਮੈਮ ਨੇ। ਸੋ ਮਤਲਬ ਇਹ ਇੱਦਾਂ ਕਰ ਲਿਆ ਤੇ ਇਹ ਫਿਲਮ ਸਟਾਰਟ ਹੋ ਚੁੱਕੀ ਹੈ, 10 ਦਿਨ ਦੇ ਕਰੀਬ ਇਹਦਾ ਸ਼ੂਟ ਹੋ ਚੁੱਕਿਆ ਹੁਣ। ਤੇ ਉਸ ਤੋਂ ਬਾਅਦ ਰਹੀ ਗੱਲ ਪੋਸਟ ਦੀ, ਤਾਂ ਮਤਲਬ ਮੈਨੂੰ ਨਹੀਂ ਪਤਾ ਉਹ ਕਿਹੜੀ ਪੋਸਟ ਮੇਰਾ ਨਾਮ ਲਿਖੂਗਾ, ਠੀਕ ਹੈ। ਅੱਛਾ, ਹਾਂਜੀ ਹਾਂ, ਮਤਲਬ ਉਹ ਥੱਲੇ ਉਹ ਪਾ ਦੇ ਕਿਤੇ, ਹੈ ਨਾ ਵੀ ਸਕਰੋਲ ਚ ਕਿਤੇ ਨਾ ਸਪੈਸ਼ਲ ਦੋਸਤ ਤੇ ਉੱਥੇ ਪਾ ਦੇ ਸਪੈਸ਼ਲ ਦੋਸਤ ਲਿਖ ਕੇ, ਤੇ ਮੇਰੇ ਲਈ ਉਹੀ ਪੋਸਟ ਵਾਧੂ ਹੈ। ਮਤਲਬ ਬਹੁਤ ਔਖੇ ਹੈ ਜੀ ਪੰਜਾਬੀ ਫਿਲਮ ਲਈ ਪ੍ਰੋਡਿਊਸਰ ਪੈਦਾ ਕਰਨੇ, ਤੇ ਉਸ ਤੋਂ ਵੀ ਔਖਾ ਹੈ ਕਿ ਪੰਜਾਬੀ ਫਿਲਮ ਲਈ ਪ੍ਰੋਡਿਊਸਰ ਪੈਦਾ ਕਰਕੇ ਤੇ ਉਹਨਾਂ ਨੂੰ ਸਾਂਭਣਾ ਵੀ ਉਹਨਾਂ ਨੂੰ ਨੁਕਸਾਨ ਨਾ ਹੋਵੇ। ਅੱਜ ਮੇਰਾ ਇੱਕ ਭਰਾ ਪ੍ਰੋਡਿਊਸਰ ਬਣਿਆ, ਪਰਮਾਤਮਾ ਇਹਦੀ ਝੋਲੀ 'ਚ ਬਰਕਤ ਪਾਵੇ। ਜੇ ਮੇਰੇ ਨਾਲ ਖੜਿਆ, ਮੇਰੇ ਦੋਸਤ ਨੂੰ ਸਹਾਰਾ ਮਿਲ ਰਿਹਾ, ਹੰਭਲਾ ਮਿਲ ਰਿਹਾ, ਉਹਨੂੰ ਊਰਜਾ ਹੀ ਮਿਲ ਰਹੀ ਹੈ ਪੋਜ਼ਿਟਿਵ, ਤਾਂ ਮੇਰਾ ਹੱਕ ਬਣਦਾ ਕਿ ਮੈਂ ਇੱਕ ਪੰਜਾਬ ਦੇ ਪ੍ਰੋਡਿਊਸਰ ਦਾ ਭਲਾ ਜ਼ਰੂਰ ਕਰਾਂ, ਹੈ ਨਾ। ਤਾਂ ਮਤਲਬ ਉੱਦਾਂ ਹੀ ਇੱਕ ਦੋਸਤ ਦੇ ਨਾਤੇ ਮੈਂ ਉਹਦੇ ਨਾਲ ਖੜਾ, ਤੇ ਮੈਂ ਖੁਦ ਦੋਸਤਾਂ ਨਹੀਂ ਬਣਾਇਆ ਜੀ। ਮੇਰਾ ਇੰਡਸਟਰੀ 'ਚ ਆਉਣਾ ਵੀ ਸੁਖਵਿੰਦਰ ਰਾਜ, ਪ੍ਰੇਮ ਸਿੱਧੂ, ਕਾਕਾ ਕੌਤਕੀ ਬਾਈ, ਤੇ ਜਿੱਦਾਂ ਹੀ ਮੈਨੂੰ ਮੇਰੇ ਦੋਸਤਾਂ ਨੇ ਸਪੋਰਟ ਕੀਤਾ, ਮੈਂ ਅੱਗੇ ਆਪਣੇ ਜ਼ਿੰਦਾਬਾਦ ਰਹਿਣ ਸਦਾ ਯਾਰੀਆਂ ਜਿਨ੍ਹਾਂ ਕਰਕੇ ਜਿਉਂਦਾ ਜੱਟ ਨਹੀਂ, ਤੁਸੀਂ ਨਾਂ ਲਿਆ ਕਾਕੇ ਦਾ ਯਾਰ ਜੀ। ਕਾਕਾ ਕੌਤਕੀ, ਪਿਆਰੇ ਦਰਸ਼ਕੋ, ਪੰਜਾਬੀ ਫਿਲਮ ਇੰਡਸਟਰੀ ਦਾ, ਮੈਂ ਉਸ ਦੀ ਤਸਵੀਰ ਵੀ ਅਸੀਂ ਨਾਲ ਚਲਾਵਾਂਗੇ। ਕਾਕਾ ਕੌਤਕੀ ਦੀ ਇੱਕ ਕਮਾਲ ਦਾ ਖੂਬਸੂਰਤ, ਇੰਨਾ ਸਾਫ਼ ਇਨਸਾਨ, ਐਡੀ ਜਲਦੀ ਇਸ ਸੰਸਾਰੋਂ, ਇਸ ਜਹਾਨੋਂ ਤੁਰ ਗਿਆ। ਅਦਾਕਾਰ ਕਮਾਲ ਦਾ, ਗਾਇਕ ਕਮਾਲ ਦਾ, ਵਿਅੰਗ ਕਮਾਲ ਦਾ ਜੀ, ਔਰ ਜੇ ਕਿਸੇ ਨੂੰ ਸਲਾਹ ਦੇਣੀ ਹੈ ਤਾਂ ਵੀ ਕਮਾਲ ਦੀ। ਕਾਕੇ ਕੌਤਕੀ ਨਾਲ ਯਾਰ ਤੇਰੀ ਸਾਂਝ ਬਹੁਤ ਸੀ, ਤੁਹਾਡੇ ਘਰ ਵੀ ਨੇੜੇ ਨੇੜੇ। ਹਾਂਜੀ, ਤੇ ਦਿਨ ਦੇ ਵਿੱਚ ਇੱਕ ਵਾਰੀ ਨਾ ਮਿਲਣ ਤਾਂ ਦਿਨ ਨਹੀਂ ਬਣਦਾ ਸੀ। ਬਿਲਕੁਲ ਜੀ। ਕਾਕੇ ਕੌਤਕੀ ਬਾਰੇ, ਕਾਕੇ ਕੌਤਕੀ ਦੀ ਦੋਸਤੀ ਬਾਰੇ, ਉਸ ਦੀ ਸੋਬਤ ਜੀ, ਉਸ ਕਹਿੰਦੇ ਨੇ ਜੈਸੀ ਸੰਗਤ ਵੈਸੀ ਰੰਗਤ, ਉਸ ਦੇ ਵਿੱਚ ਸੁੱਖੀ ਢਿੱਲੋਂ ਨੇ ਕੀ ਲਿਆ? ਬਾਈ ਮਤਲਬ ਬਾਈ ਆਪਦੇ ਆਪ 'ਚ ਇੱਕ ਮਤਲਬ ਇਹੋ ਜਿਹੀ ਚੀਜ਼ ਸੀ ਜਿਹਦੇ ਤੇ PhD ਕੀਤੀ ਜਾ ਸਕਦੀ, ਇੱਕ ਸਬਜੈਕਟ ਆਪਦੇ ਆਪ 'ਚ, ਹੈ ਨਾ। ਮਤਲਬ ਇੰਨੀ ਹਲੀਮੀ ਵੀ ਬੰਦਾ ਇੰਡਸਟਰੀ 'ਚ ਬਹੁਤ ਸਾਲਾਂ ਤੋਂ ਹੁੰਦਾ, ਪਰ ਲਾਸਟ 2 ਸਾਲਾਂ 'ਚ ਇੰਨਾ ਜ਼ਿਆਦਾ ਵਿਚਰ ਜਾਂਦਾ ਹੈਗਾ ਕਿ ਮਤਲਬ ਅਮਰਿੰਦਰ ਗਿੱਲ ਨੂੰ ਵੀ ਉਹਦੇ ਜਾਣ ਦਾ ਦੁੱਖ ਹੈ, ਐਮੀ ਵਿਰਕ ਨੂੰ ਵੀ ਦੁੱਖ ਹੈ, ਜਗਦੀਪ ਸਿੱਧੂ ਵੀ ਕਹਿ ਰਿਹਾ, ਬਾਈ ਅੰਬਰ ਵੀ ਕਹਿ ਰਿਹਾ, ਹਰੇਕ ਬੰਦਾ ਰੋ ਰਿਹਾ ਇੰਡਸਟਰੀ ਦਾ, ਹਰੇਕ ਬੰਦੇ ਨਾਲ ਉਹਦਾ ਇੰਨਾ ਪਿਆਰ ਹੈ। ਉਹ ਆਪਣੇ ਆਪ 'ਚ ਇੱਕ ਪਤਾ ਨਹੀਂ ਕੈਸੀ ਰੱਬੀ ਰੂਹ ਸੀ ਕਿ ਅੱਜ ਵੀ ਅਸੀਂ ਉਹਨਾਂ ਦੇ ਘਰੇ ਜਾਂਦੇ ਹਾਂ, ਸਾਡਾ ਉਸ ਘਰੇ ਜੀ ਨਹੀਂ ਲੱਗਦਾ ਹੈਗਾ। ਮਾਤਾ ਕੋਲ ਜਾਣਾ ਪੈਂਦਾ ਹੈਗਾ, ਸਾਡਾ ਫਰਜ਼ ਬਣਦਾ ਹੈਗਾ, ਅਸੀਂ ਜਾਂਦੇ ਹਾਂ, ਪਰ ਹੁਣ ਉਸ ਘਰੇ ਜੀ ਨਹੀਂ ਲੱਗਦਾ। ਮੈਂ ਪਿੱਛੇ ਜੇ ਪ੍ਰਿੰਸ ਬਾਈ ਫਲੈਟ ਚੇਂਜ ਕੀਤਾ, ਤੇ ਲਾਸਟ ਦਿਨ ਸੀ ਜਦੋਂ ਮੇਰਾ ਫਲੈਟ ਦਾ ਲਾਸਟ ਸਮਾਨ ਚੁੱਕਣਾ ਸੀ, ਤਾਂ ਮਤਲਬ ਉੱਥੇ ਇੱਕ ਚੇਅਰ ਪਈ ਸੀਗੀ ਜਿਹੜਾ ਕਾਕਾ ਬਾਈ ਮੈਨੂੰ ਗਿਫਟ ਕਰਕੇ ਗਿਆ ਸੀ ਫਲੈਟ ਦੀ। ਮੈਂ ਉਸੇ ਚੇਅਰ 'ਤੇ ਬੈਠਾ ਸੋਚ ਰਿਹਾ ਸੀ, ਮੈਂ ਕਿਹਾ ਯਾਰ ਕਾਕੇ ਬਾਈ, ਇਹ ਕਾਸ਼ ਮੇਰੇ ਕੋਲ ਅੱਜ ਇੰਨੇ ਪੈਸੇ ਹੁੰਦੇ, ਮੈਂ ਫਲੈਟ ਮੁੱਲ ਲੈ ਲੈਂਦਾ। ਤੇ ਚੇਅਰ ਤੇਰੀਆਂ ਯਾਦਾਂ, ਚੇਅਰ ਤਾਂ ਮੈਂ ਇੱਥੋਂ ਲੈ ਜਾਊਂਗਾ, ਪਰ ਤੇਰੀਆਂ ਯਾਦਾਂ ਦਾ ਕੀ ਕਰਾਂ। ਉਸ ਫਲੈਟ 'ਤੇ ਬਹਿ ਕੇ ਪਤਾ ਨਹੀਂ ਅਸੀਂ ਕਿੰਨੇ ਦਿਨ ਹੱਸਦੇ ਰਹੇ ਹਾਂ, ਕਹਾਣੀਆਂ ਲਿਖਦੇ ਰਹੇ ਹਾਂ। ਮੇਰੀ ਤੇ ਕਾਕੇ ਬਾਈ ਦੀ ਲਿਖੀ ਇੱਕ ਫਿਲਮ ਆ ਜਿਹੜੀ ਕਿ ਮੈਂ ਪੂਰੀ ਕਰਨੀ ਹੈ, ਤੇ ਉਹ 'ਚ ਮੈਂ ਰਿਟਨ ਬਾਈ ਇਕੱਲਾ ਕਾਕਾ ਕੌਤਕੀ ਪਾਉਣਾ, ਮੈਂ ਉਹਦਾ ਨਾਂ ਨਹੀਂ ਪਾਉਣਾ, ਉਹ ਕਾਕੇ ਦੀ ਫਿਲਮ ਹੈ, ਉਹਦੇ ਨਾਂ 'ਤੇ ਲੱਗੂਗੀ। ਬਹੁਤ ਸਾਂਝ ਸੀਗੀ ਬਾਈ ਨਾਲ, ਬਹੁਤ ਕੁਝ ਸਿੱਖਿਆ ਜੀ, ਬਹੁਤ ਕੁਝ ਸਿੱਖਿਆ। ਪਿਆਰੇ ਦਰਸ਼ਕੋ, ਅਸੀਂ ਦੋਵੇਂ ਇਸ ਵਕਤ ਜਜ਼ਬਾਤੀ ਹਾਂ। ਜੇ ਮੈਂ ਕੁਝ ਹੋਰ ਦੇਰ ਸੁੱਖੀ ਨੂੰ ਸੁਣਿਆ ਜਾਂ ਮੈਂ ਬੋਲਿਆ, ਕਿਉਂਕਿ ਜ਼ਿਕਰ ਹੀ ਸਾਡੇ ਕੈਸੇ ਪਿਆਰੇ ਜਿਹੇ ਬੰਦੇ ਦਾ ਆਇਆ, ਤਾਂ ਮੈਂ ਨਹੀਂ ਰੋਕ ਪਾਵਾਂਗਾ ਆਪਣੇ ਅੱਥਰੂਆਂ ਨੂੰ ਵਹਿਣ ਤੋਂ। ਸੋ ਅੱਥਰੂਆਂ ਦੇ ਇਹਨਾਂ ਵਹਿਣਾਂ ਦੇ ਆਉਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਹਰਭਜਨ ਸੋਹੀ ਦੀ ਉਹਨਾਂ 17 ਦੇ ਨਾਲ ਜ਼ਰੂਰ ਮੈਂ ਸਾਂਝ ਪਾਵਾਂਗਾ, ਕਿਉਂਕਿ ਮੈਂ ਪਹਿਲਾਂ ਭੁੱਲ ਗਿਆ ਸੀ। ਪਰ ਕਾਕੇ ਦਾ ਜ਼ਿਕਰ ਆਇਆ, ਮਿੱਟੀ ਦੀ ਗੱਲ ਹੋਈ, ਅਸੀਂ ਆਪ ਵੀ ਮਿੱਟੀ ਹਾਂ, ਮਿੱਟੀ ਦੇ ਵਿੱਚ ਹੀ ਮਿਲ ਜਾਣਾ। ਮਾਟੀ ਜੋੜਾ ਮਾਟੀ ਕੋੜਾ, ਮਾਟੀ ਕਾ ਅਸਵਾਰ, ਮਾਟੀ ਮਾਟੀ ਕੋ ਮਾਰਨ ਲੱਗੀ, ਮਾਟੀ ਕਾ ਹਥਿਆਰ, ਹੱਸ ਖੇਡ ਫਿਰ ਮਾਟੀ ਹੋਈ, ਪੈਂਦੀ ਪਾਉਂ ਪਸਾਰ, ਇਸੇ ਮਿੱਟੀ 'ਚ ਪੈ ਜਾਣਾ। ਹਰਭਜਨ ਸੋਹੀ ਲਿਖਦਾ ਹੈ ਕਿ ਹਰ ਮਿੱਟੀ ਦੀ ਆਪਣੀ ਖਸਲਤ, ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ, ਹਰ ਮਿੱਟੀ ਦੀ ਆਪਣੀ ਖਸਲਤ,
ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ, ਹਰ ਫੱਟੜ ਮੱਥਾ ਨਹੀਂ ਝੁਕਦਾ, ਬੰਨ ਲਾਇਆ ਹਰ ਛਲ ਨਹੀਂ ਰੁਕਦੀ। ਬਹੁਤ ਸ਼ੁਕਰੀਆ ਸੁਖੀ ਬਾਈ, ਸਾਹਿਤਕ ਤੰਦਾਂ ਦੇ ਵਿੱਚ ਆਉਣ ਦੇ ਲਈ ਬਹੁਤ ਧੰਨਵਾਦ। ਅਦਾਰਾ ਜਸ ਪੰਜਾਬੀ ਤੁਹਾਡਾ, ਸਾਡੀ ਸਾਰੀ ਟੀਮ ਤੁਹਾਡਾ ਬਹੁਤ ਧੰਨਵਾਦ ਕਰਦੀ ਹੈ। ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ।